ਉਹਨਾਂ ਨੂੰ ਹਥਿਆਰ ਪਸੰਦ ਸਨ ਤੇ ਮੇਰੇ ਕੋਲ ਹਥਿਆਰ ਹੈਗੇ ਨੇ ਤੇ ਸਾਡਾ ਇੱਕ ਕਾਮਨ ਇੰਟਰਸਟ ਸੀ। ਪਿਛਲੇ ਸਾਲ ਉਹਨਾਂ ਨੇ ਮੈਨੂੰ ਇੱਕ ਆਡੀਓ ਭੇਜੀ ਸਨੈਪਚੈਟ ਤੇ, ਜਿੱਥੇ ਉਹਨਾਂ ਨੇ ਇੱਕ ਬੁਲਟ ਪ੍ਰੂਫ ਵੈਸਟ ਲੈਣ ਦੀ ਚਿੰਤਾ ਵਿਅਕਤ ਕੀਤੀ। ਬਈ ਕੋਈ ਆਪਣਾ ਖਾਸ ਬੰਦਾ ਹੈਗਾ ਜਿਸ ਤੋਂ ਆਪਾਂ ਨੂੰ ਵੈਸਟ ਮਿਲ ਜੇ ਜੀ? ਵੈਸਟ ਬਹੁਤ ਜ਼ਰੂਰੀ ਹੈ ਜੀ। ਅਗਰ ਮੂਸੇਵਾਲਾ ਸਾਹਿਬ ਕੋਲ ਲੈਵਲ 3+ ਹਾਰਡ ਬੋਡੀ ਆਰਮਰ ਹੁੰਦਾ ਤਾਂ ਅਗਰ 70 ਗੋਲੀਆਂ ਵੀ ਮੂਸੇਵਾਲੇ ਸਾਹਿਬ ਦੇ ਬਚਦੀਆਂ ਤਾਂ ਵੀ ਉਹਨਾਂ ਦੀ ਜਾਨ ਬਚ ਜਾਂਦੀ। ਦੂਜਾ, ਜਦੋਂ ਉਹਨਾਂ ਦਾ AK-47 ਵਾਲੀ ਵਾਰਦਾਤ ਹੋਈ ਸੀ ਇੰਡੀਆ ਦੇ ਵਿੱਚ, ਤਾਂ ਮੈਂ ਉਹਨਾਂ ਨੂੰ ਕੰਟੈਕਟ ਕੀਤਾ ਵੀ ਕਿੱਥੇ ਤੁਸੀਂ ਇੱਥੇ ਚੱਕਰਾਂ 'ਚ ਪਏ ਹੋ, ਤੁਸੀਂ ਮੇਰੇ ਕੋਲ ਆਓ, ਅਸੀਂ ਉਰੇ ਗੋਲੀਆਂ ਚਲਾਉਣੀ ਹੀ ਰਹਿਣੇ ਆ। ਜਦ ਅਸੀਂ US ਤੋਂ ਬਹਿ ਕੇ ਦੇਖਦੇ ਹਾਂ ਕਿ ਮੂਸੇਵਾਲਾ ਸਾਹਿਬ ਨੇ ਇੱਕ ਸੈਮੀ ਆਟੋ ਗਨ ਚਲਾ ਲਈ ਆ ਤੇ ਐਡਾ ਮੁੱਦਾ ਬਣਾ ਦਿੱਤਾ ਗਿਆ, ਉਹ ਤਾਂ ਬੇਸਿਕਲੀ ਇਹੀ ਲੱਗ ਰਿਹਾ ਕਿ ਮੂਸੇਵਾਲਾ ਸਾਹਿਬ ਨੂੰ ਫਸਾਇਆ ਜਾ ਰਿਹਾ ਸੀ, ਕੋਈ ਐਡੀ ਗੱਲ ਨਹੀਂ ਸੀ। ਉਹ ਜੀ ਜਿਹੜੀ ਮੈਂ ਵੀਡੀਓ ਦੇਖੀ ਆ, ਮੈਂ 100% ਸ਼ੋਰ ਆ ਕਿ ਕੋਈ ਕਿਸੇ ਤਰੀਕੇ ਦੀ ਸੈਮੀ ਆਟੋ ਵੈਪਨ ਫਾਇਰ ਹੋਇਆ, ਚਾਹੇ ਤਾਂ ਉਹ ਪਿਸਟਲ ਹੋਵੇ ਚਾਹੇ ਤਾਂ ਉਹ ਰਾਈਫਲ ਹੋਵੇ। ਮੂਸੇਵਾਲਾ ਸਾਹਿਬ ਗਨਮੈਨ ਲੈ ਕੇ ਜਾਂਦੇ, ਸ਼ਾਇਦ ਉਹਨਾਂ ਦੇ ਅਟੈਕ ਨਾ ਹੁੰਦੇ, ਕਿ ਵਰਦੀ ਦਾ ਰੋਬ ਇੰਡੀਆ ਦੇ ਵਿੱਚ। ਮੂਸੇਵਾਲਾ ਸਾਹਿਬ ਨੂੰ ਬੜਾ ਹਥਿਆਰਾਂ ਦਾ ਸ਼ੌਂਕ ਸੀ ਤੇ ਮੇਰੀ ਜ਼ਿਆਦਾਤਰ ਉਹਨਾਂ ਨੇ ਹਥਿਆਰਾਂ ਵਾਲੇ ਹੀ ਗੱਲ ਹੁੰਦੀ ਸੀ। ਦੋਸਤੋ, ਸੋਸ਼ਲ ਮੀਡੀਆ ਤੇ ਇੱਕ ਸ਼ੋਰ ਸ਼ਰਾਬਾ ਚੱਲਦਾ ਪਿਆ, ਲੇਕਿਨ ਉਸ ਸ਼ੋਰ ਸ਼ਰਾਬੇ ਦੇ ਵਿਚਕਾਰ ਤੱਥ ਜੋ ਹੁੰਦੇ ਆ, ਫੈਕਟਸ ਜੋ ਹੁੰਦੇ ਆ, ਜਿਨ੍ਹਾਂ ਨੂੰ ਲੌਜਿਕਸ ਵੀ ਕਿਹਾ ਜਾਂਦਾ ਹੈ, ਉਹ ਅਕਸਰ ਗਵਾਚ ਜਾਂਦੇ ਆ, ਉਹ ਹਨੇਰੇ ਦੇ ਵਿੱਚ ਚਲੇ ਜਾਂਦੇ ਆ। ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸੁਣੀਆਂ ਹੋਣੀਆਂ, ਤੁਸੀਂ AN-94 ਦਾ ਵੀ ਜ਼ਿਕਰ ਸੁਣਿਆ ਹੋਣਾ, ਤੁਸੀਂ ਅਲੱਗ-ਅਲੱਗ ਗੈਂਗਸਟਰਸ ਦੇ ਨਾਮ ਵੀ ਸੁਣੇ ਹੋਣੇ ਆ, ਤੁਸੀਂ ਉਹਨਾਂ ਇਲਾਕਿਆਂ ਦੇ ਵੀ ਨਾਮ ਸੁਣੇ ਹੋਣੇ ਆ ਕਿ ਗੈਂਗਸਟਰਸ ਕਿੱਥੋਂ ਬੈਠ ਕੇ ਆਪਣਾ ਜੋ ਗੈਂਗ ਹੈ ਉਸਨੂੰ ਆਪਰੇਟ ਕਰਦੇ ਆ। ਇਹਨਾਂ ਦਿਨਾਂ ਦੇ ਵਿੱਚ ਇੱਕ ਆਡੀਓ ਵੀ ਬਹੁਤ ਵਾਇਰਲ ਹੋਈ ਹੈ ਮੂਸੇਵਾਲਾ ਸਾਹਿਬ ਦੀ, ਔਰ ਉਹ ਆਡੀਓ ਦੇ ਵਿੱਚ ਉਹ ਵੈਸਟ ਬਾਰੇ ਗੱਲ ਕਰ ਰਹੇ ਆ, ਔਰ ਕੋਈ ਉਹ ਆਮ ਵੈਸਟ ਨਹੀਂ ਹੈ, ਉਹ ਕੋਈ ਆਮ ਬਨੈਨ ਨਹੀਂ ਹੈ। ਵੈਸਟ ਨੂੰ ਅਕਸਰ ਬਨੈਨ ਵੀ ਕਿਹਾ ਜਾਂਦਾ ਨਾ, ਉਹ ਆਮ ਬਨੈਨ ਨਹੀਂ ਹੈ, ਉਹਨੂੰ ਸੌਫਟ ਬੋਡੀ ਆਰਮਰ ਵੀ ਕਿਹਾ ਜਾਂਦਾ ਔਰ ਹਾਰਡ ਬੋਡੀ ਆਰਮਰ ਕਿਹਾ ਜਾਂਦਾ, ਔਰ ਤੁਹਾਡੀ ਸਧਾਰਨ ਭਾਸ਼ਾ ਦੇ ਵਿੱਚ ਉਸਨੂੰ ਕਿਹਾ ਜਾਂਦਾ ਕਿ ਬੁਲਟ ਪ੍ਰੂਫ ਜੈਕਟ। ਔਰ ਜਿਨ੍ਹਾਂ ਦੇ ਕੋਲੋਂ ਉਹ ਬੁਲਟ ਪ੍ਰੂਫ ਜੈਕਟ ਦੀ ਮੰਗ ਕਰਦੇ ਪਏ ਸੀਗੇ, ਵਿੱਕੀ ਮਾਨ ਫਲਾਉਦੀ, ਉਹ ਸਾਡੇ ਨਾਲ ਸਿੱਧਾ ਵਾਸ਼ਿੰਗਟਨ ਤੋਂ ਜੁੜ ਚੁੱਕੇ ਹੈ। ਫਲਾਉਦੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ। ਥੈਂਕ ਯੂ ਬਾਈ ਜੀ। ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੇ ਵਿਊਅਰਸ ਦਾ ਥੈਂਕ ਯੂ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਇਸ ਪਲੇਟਫਾਰਮ ਤੇ ਆਉਣ ਦਾ ਮੌਕਾ ਦਿੱਤਾ। ਮੈਂ ਵਿਊਅਰਸ ਨੂੰ ਦੱਸ ਦੇਣਾ ਚਾਹੁੰਦਾ ਕਿ ਮੂਸੇਵਾਲਾ ਸਾਹਿਬ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ। ਉਹਨਾਂ ਨੂੰ ਹਥਿਆਰ ਪਸੰਦ ਸਨ ਤੇ ਮੇਰੇ ਕੋਲ ਹਥਿਆਰ ਹੈਗੇ ਨੇ ਤੇ ਸਾਡਾ ਇੱਕ ਕਾਮਨ ਇੰਟਰਸਟ ਸੀ। ਪਿਛਲੇ ਸਾਲ ਉਹਨਾਂ ਨੇ ਮੈਨੂੰ ਇੱਕ ਆਡੀਓ ਭੇਜੀ ਸਨੈਪਚੈਟ ਤੇ, ਜਿੱਥੇ ਉਹਨਾਂ ਨੇ ਇੱਕ ਬੁਲਟ ਪ੍ਰੂਫ ਵੈਸਟ ਲੈਣ ਦੀ ਚਿੰਤਾ ਵਿਅਕਤ ਕੀਤੀ। ਤੇ ਉਸ ਤੋਂ ਬਾਅਦ ਸਾਡੀ ਫੋਨ ਤੇ ਗੱਲ ਹੋਈ ਤਾਂ ਮੈਂ ਮੂਸੇਵਾਲਾ ਸਾਹਿਬ ਨੂੰ ਦੱਸਿਆ ਕਿ ਉਹਨਾਂ ਨੂੰ ਮੈਂ ਪੁੱਛਿਆ ਕਿ ਉਹ ਕਿਹੜੀ ਵੈਸਟ ਚਾਹੁੰਦੇ ਨੇ, ਤੇ ਉਹਨਾਂ ਨੂੰ ਮੈਂ ਐਕਸਪਲੇਨ ਕੀਤਾ ਵੀ ਦੋ ਤਰ੍ਹਾਂ ਦੀਆਂ ਵੈਸਟ ਆਉਂਦੀਆਂ ਨੇ। ਇੱਕ ਸੌਫਟ ਬੋਡੀ ਆਰਮਰ ਆ, ਜੋ ਕਿ ਸਮਾਲ ਕੈਲੀਬਰ, ਜਿਵੇਂ 9mm 40 ਸਮਿਥ ਐਂਡ ਵੈਸਨ, 45 ACP, 357 ਸਿਗ ਤੇ 32 ਬੋਰ ਵਰਗੇ ਛੋਟੇ ਕਾਰਟਰੇਜ ਥ੍ਰੈਟ ਸਟਾਪ ਕਰ ਸਕਦੀਆਂ। ਅਗਰ ਉਹਨਾਂ ਨੂੰ ਕੋਈ ਹਾਇਰ ਕੈਲੀਬਰ ਤੋਂ ਥ੍ਰੈਟ ਆ ਤਾਂ ਉਹਨਾਂ ਨੂੰ ਹਾਰਡ ਬੋਡੀ ਆਰਮਰ ਬਾਰੇ ਸੋਚਣਾ ਚਾਹੀਦਾ। ਤੇ ਮੈਂ ਉਹਨਾਂ ਨੂੰ ਦਿਖਾਇਆ ਵੀ, ਤੇ ਉਸ ਸਮੇਂ ਉਹ ਕਹਿੰਦੇ ਵੀ ਯਾਰ ਹਾਰਡ ਬੋਡੀ ਆਰਮਰ ਤਾਂ ਪਾ ਕੇ ਰੱਖਣਾ ਬਹੁਤ ਔਖਾ। ਤੇ ਬਸ ਇੰਨੀ ਕੁ ਸਾਡੀ ਗੱਲ ਹੋਈ ਸੀ। ਜਿਵੇਂ ਵਿੱਕੀ ਜੀ, ਅਸੀਂ ਜਦੋਂ ਬੁਲਟ ਪ੍ਰੂਫ ਗੱਡੀਆਂ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਲੈਵਲ ਸੈੱਟ ਹੁੰਦੇ ਆ। ਤੁਸੀਂ ਜ਼ਿਕਰ ਜਦੋਂ ਕਰਦੇ ਹੋ ਆਰਮਰ ਦਾ, ਤੁਸੀਂ ਉਹਦੇ ਅੱਗੇ ਨਾਮ ਲਗਾਉਂਦੇ ਹੋ ਸੌਫਟ ਬੋਡੀ ਆਰਮਰ ਤੇ ਹਾਰਡ ਬੋਡੀ ਆਰਮਰ। ਜਿਹੜਾ ਸੌਫਟ ਬੋਡੀ ਆਰਮਰ ਹੈ ਉਹਦਾ ਵੀ ਇੱਕ ਲੈਵਲ ਤੈਅ ਹੈ, ਤੇ ਜਿਹੜਾ ਹਾਰਡ ਬੋਡੀ ਆਰਮਰ ਹੈ ਉਹਦਾ ਵੀ ਇੱਕ ਲੈਵਲ ਤੈਅ ਹੋਏਗਾ। ਹੁਣ ਗੱਲ ਇਹ ਚੱਲਦੀ ਪਈ ਹੈ ਕਿ ਮੂਸੇਵਾਲਾ ਸਾਹਿਬ ਦੇ ਕਤਲ ਦੇ ਵਿੱਚ AN-94 ਜੋ ਹੈ ਉਹ ਵਰਤੀ ਗਈ ਹੈ, ਲੇਕਿਨ ਹਾਲਾਂਕਿ ਇਹ ਕੋਈ ਪ੍ਰਮਾਣਿਕ ਹਲੇ ਆਧਾਰ ਸਾਡੇ ਸਾਹਮਣੇ ਨਹੀਂ ਹੈਗਾ, ਜਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਕੋਈ ਸਬਸਟੈਂਸ਼ੀਅਲ ਤੌਰ ਦੇ ਉੱਤੇ ਕੋਈ ਵਾਕਈ AN-94 ਵਰਤੀ ਗਈ ਹੈ। ਕਿਉਂਕਿ ਇੱਕ ਇੰਟਰਵਿਊ ਦੇ ਵਿੱਚ ਗੋਲਡੀ ਬਰਾੜ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ AK-74 ਜਾਂ AK-47 ਵਰਤੀ ਸੀਗੀ, ਮੇਰੇ ਜ਼ਿਹਨ ਦੇ ਵਿੱਚ ਨਹੀਂ ਹੈਗਾ ਐਗਜ਼ੈਕਟ। ਮੈਂ ਇਹ ਜਾਣਨਾ ਚਾਹੁੰਦਾ ਕਿ ਜਿਹੜਾ ਹਾਰਡ ਬੋਡੀ ਆਰਮਰ ਹੈ, ਜਿਸ ਨੂੰ ਮੂਸੇਵਾਲਾ ਸਾਹਿਬ ਨੇ ਕਿਹਾ ਕਿ ਇਹ ਪਾਣਾ ਔਖਾ ਹੈ, ਇਹਨੂੰ ਕੈਰੀ ਕਰਨਾ ਔਖਾ ਰਹੇਗਾ, ਜ਼ਿਆਦਾ ਦੇਰ ਤੱਕ ਬੈਠ ਨਹੀਂ ਸਕਦੇ ਇਹਨੂੰ ਪਾ ਕੇ, ਉਹ ਹਾਰਡ ਬੋਡੀ ਆਰਮਰ ਜੋ ਸੀਗਾ ਉਹ ਵਾਕਈ AN-94 ਜਿਹਦਾ ਜ਼ਿਕਰ ਚੱਲਦਾ ਪਿਆ ਉਹਦੀਆਂ ਗੋਲੀਆਂ ਤੋਂ ਬਚਾ ਸਕਦਾ ਸੀ? ਬਿਲਕੁਲ ਜੀ। ਅਗਰ ਮੂਸੇਵਾਲਾ ਸਾਹਿਬ ਕੋ ਲੈਵਲ 3+ ਹਾਰਡ ਬੋਡੀ ਆਰਮਰ ਹੁੰਦਾ ਤਾਂ ਅਗਰ 70 ਗੋਲੀਆਂ ਵੀ ਮੂਸੇਵਾਲਾ ਸਾਹਿਬ ਦੇ ਬਚਦੀਆਂ ਤਾਂ ਵੀ ਉਹਨਾਂ ਦੀ ਜਾਨ ਬਚ ਜਾਂਦੀ। ਔਰ ਇੱਕ ਗੱਲ ਉਰੇ ਸਮਝਣ ਦੀ ਇਹ ਲੋੜ ਆ, ਜਦ ਬੋਡੀ ਆਰਮਰ ਤੇ ਗੋਲੀਆਂ ਵੱਜਦੀਆਂ ਨੇ, ਉਹ ਟੁੱਟ ਕੇ ਨਾ ਉਹਦੇ ਸ਼ਰਲੇ ਹੋ ਜਾਂਦੇ। ਸ਼ਰਲੇ ਜ਼ਰੂਰ ਵੱਜਦੇ ਉਹਨਾਂ ਦੀ, ਪਰ ਉਹਦੀ ਜਾਨ ਬਚ ਜਾਂਦੀ। ਸਾਡੇ ਕੋਲ ਟੈਸਟਿੰਗ ਦੇ ਵਿੱਚ ਐਸੇ ਬੋਡੀ ਆਰਮਰ ਨੇ ਜਿਹਦੇ ਤੇ ਅਸੀਂ 100 AK-47 ਦੀਆਂ ਗੋਲੀਆਂ ਮਾਰੀਆਂ ਨੇ, ਪਰ ਪੈਨੀਟ੍ਰੇਟ ਨਹੀਂ ਹੋਇਆ।
ਜਿਹੜਾ ਹਾਰਡ ਬੋਡੀ ਆਰਮਰ ਹੁੰਦਾ ਉਹਦੇ ਅੰਦਰ ਸਟੀਲ ਹੁੰਦੀ ਆ, ਬਾਹਰ ਉਹਦੇ ਰਬਰਡਾਈਜ਼ ਮਟੀਰੀਅਲ ਹੁੰਦਾ, ਤਾਂ ਕਿ ਜੇ ਗੋਲੀ ਚੱਲਦੀ ਆ ਜਿਹੜਾ ਉਹਦਾ ਰਿਕੋਸ਼ੇ ਕਹਿ ਦਿੰਦੇ ਆ, ਉਹ ਬੰਦੇ ਦੇ ਨਾਲ ਵੱਜੇ, ਉਹ ਵਿੱਚੇ ਚਲੇ ਜਾਵੇ। ਸੋ ਹਾਰਡ ਬੋਡੀ ਆਰਮਰ ਬੜੀ ਸੀਰੀਅਸ ਗੱਲ ਆ, ਅਗਰ ਮੂਸੇਵਾਲਾ ਸਾਹਿਬ ਦੇ ਪਾਈ ਹੁੰਦੀ 110% ਮੈਂ ਦਾਅਵੇ ਨਾਲ ਕਹਿਣਾ ਕਿ ਉਹਨਾਂ ਦੀ ਜਾਨ ਬਚਦੀ। ਔਰ ਇਹ ਹਾਰਡ ਬੋਡੀ ਆਰਮਰ ਸਿਵਿਲੀਅਨਸ ਤੋਂ ਇਲਾਵਾ ਹੋਰ ਕੌਣ-ਕੌਣ ਵਰਤਦਾ ਜੀ? ਦੇਖੋ ਜੀ, ਯੂਐਸ ਦੇ ਵਿੱਚ ਤਾਂ ਓਪਨ ਆ, ਸਿਵਿਲੀਅਨਸ ਵੀ ਲੈ ਸਕਦੇ ਆ, ਉਰੇ ਕੋਈ ਲਿਮਿਟ ਨਹੀਂ ਹੈਗੀ। ਤੁਸੀਂ 18 ਸਾਲ ਤੋਂ ਉੱਪਰੋਂ ਆਈਡੀ ਦਿਖਾਓ, ਹਾਰਡ ਬੋਡੀ ਆਰਮਰ ਲੈ ਲਓ। ਬਾਕੀ ਇਹਨੂੰ ਸਪੈਸ਼ਲ ਫੋਰਸਿਸ ਵੀ ਯੂਜ਼ ਕਰ ਰਹੀਆਂ, ਯੂਐਸ ਦੇ ਨੇਵੀ ਸੀਲਸ ਹੋ ਗਏ, ਹੋਰ ਜਿੰਨੇ ਦੇਸ਼ ਵਿਦੇਸ਼ ਦੇ ਕਈ ਦੇਸ਼ਾਂ ਦੇ ਜਿਹੜੇ ਸਪੈਸ਼ਲ ਫੋਰਸਿਸ ਕਮਾਂਡੋਜ਼ ਨੇ ਉਹ ਵੀ ਯੂਜ਼ ਕਰਦੇ ਨੇ। ਬੇਸਿਕਲੀ ਜਿਹੜਾ ਹਾਰਡ ਬੋਡੀ ਆਰਮਰ ਉਹ ਇੱਕ ਅੱਗੇ ਪਾਉਣਗੇ, ਇੱਕ ਪਿੱਛੇ ਪਾਉਣਗੇ, ਫਿਰ ਸਾਈਡ ਤੇ ਸੌਫਟ ਪਾਉਂਦੇ ਨੇ। ਤਾਂ ਇਹ ਤਕਰੀਬਨ ਕੋਈ ਵੀ ਆਰਮੀਜ਼ ਨੇ, ਸਪੈਸ਼ਲ ਫੋਰਸਿਸ ਨੇ, ਕੋਈ ਵੀ ਯੂਨਿਟਸ ਨੇ, ਉਹ ਜ਼ਿਆਦਾਤਰ ਪਾ ਕੇ ਹੀ ਰੱਖਦੇ ਨੇ। ਅੱਛਾ ਵਿੱਕੀ ਜੀ, ਆਪਣੇ ਬਾਰੇ ਥੋੜਾ ਜਿਹਾ ਤੁਸੀਂ ਦੱਸੋ, ਕਿਉਂਕਿ ਮੈਂ ਚਾਹੁੰਦਾ ਕਿ ਡਿਟੇਲਡ ਜਾਣਕਾਰੀ ਤੁਸੀਂ ਸਾਡੇ ਵਿਊਅਰਸ ਤੱਕ ਪਹੁੰਚਾਓ, ਕਿਉਂਕਿ ਤੁਸੀਂ ਮੈਨੂਫੈਕਚਰਰ ਵੀ ਹੈਗੇ ਹੋ ਔਰ ਤੁਹਾਡੇ ਕੋਲ ਲਾਇਸੈਂਸ ਵੀ ਹੈਗਾ, ਤੁਸੀਂ ਉੱਥੇ ਹਥਿਆਰ ਬਣਾਉਂਦੇ ਵੀ ਹੋ, ਸੈਮੀ ਆਟੋ ਜਿਹੜੇ ਹੁੰਦੇ ਆ ਉਹਨਾਂ ਨੂੰ ਆਟੋ 'ਚ ਵੀ ਕਨਵਰਟ ਕਰਦੇ ਹੋ ਤੇ ਆਟੋ ਵੀ ਬਣਾਉਂਦੇ ਹੋ। ਇਹ ਤੁਸੀਂ ਆਪਣੇ ਬਾਰੇ ਥੋੜਾ ਦੱਸੋ। ਦੇਖੋ ਬਾਈ ਜੀ, ਮੈਂ ਆਪਣਾ ਉਰੇ ਸਿਆਟਲ ਵਾਸ਼ਿੰਗਟਨ 'ਚ ਰਹਿਣਾ। ਸਾਡੇ ਕੋਲ ਉਰੇ ਮੈਨੂਫੈਕਚਰਿੰਗ ਦਾ ਲਾਇਸੈਂਸ ਆ, ਬਕਾਇਦਾ ਯੂਐਸ ਡਿਪਾਰਟਮੈਂਟ ਆਫ ਸਟੇਟ ਤੋਂ ਇਹ ਲਾਇਸੈਂਸ ਇਸ਼ੂ ਹੋਏ ਨੇ। ਉਰੇ ਦੀ ਜਿਹੜੀ ਏਜੰਸੀ ਆ ਜਿਹੜੀ ਕੰਟਰੋਲ ਕਰਦੀ ਹੈ ਸਾਰਾ ਕੁਝ, ਉਹਨੂੰ ਕਹਿੰਦੇ ਨੇ ATF। ਤੇ ਜਿਹੜਾ ਸਾਡਾ ਲਾਇਸੈਂਸ ਉਹਦਾ ਨਾਮ ਆ ਸਪੈਸ਼ਲ ਆਕੂਪੇਸ਼ਨਲ ਟੈਕਸ ਪੇਅਰ। ਉਹ ਸਾਨੂੰ ਰਾਈਫਲਸ, ਪਿਸਟਲਸ, ਸੈਮੀ ਆਟੋਸ, ਫੁੱਲ ਆਟੋਸ ਬਣਾਉਣ ਦੀ ਇਜਾਜ਼ਤ ਦਿੰਦਾ। ਅਸੀਂ ਲੋਡ ਦੇ ਹਿਸਾਬ ਨਾਲ, ਅਗਰ ਸੈਮੀ ਆਟੋ ਦੀ ਲੋੜ ਆ ਤਾਂ ਸੈਮੀ ਆਟੋ ਬਣਾ ਲੈਂਦੇ ਆ, ਅਗਰ ਫੁੱਲ ਆਟੋ ਦੀ ਲੋੜ ਆ ਤਾਂ ਫੁੱਲ ਆਟੋ ਬਣਾ ਲੈਂਦੇ ਆ। ਸਾਡੇ ਕੋਲ ਉਰੇ, ਮੈਂ ਵੀਅਰਸ ਨੂੰ ਦੱਸ ਦੇਣਾ ਚਾਹੁੰਦਾ ਕਿ ਇਨਵੈਂਟਰੀ ਦੇ ਵਿੱਚ 500 ਤੋਂ ਉੱਤੇ ਫੁੱਲ ਆਟੋ ਮਸ਼ੀਨ ਗਨਸ ਨੇ। ਜਿੰਨੇ ਆਪਣੇ ਸਵਾਰ ਦੇ ਕਮਾਂਡੋਜ਼ ਨੇ, ਜਿਹੜੀਆਂ X95s ਨੇ ਉਹਨਾਂ ਕੋਲ, BNT MP9, SIG 553, AK-47, ਸਾਡੇ ਕੋਲ ਸਭ ਇਨਵੈਂਟਰੀ ਦੇ ਵਿੱਚ ਪਈਆਂ ਨੇ। ਅੱਛਾ, ਇਹ ਇਨਵੈਂਟਰੀ ਜੋ ਤੁਸੀਂ ਵਰਡ ਯੂਜ਼ ਕਰ ਰਹੇ ਹੋ, ਇਹਦਾ ਮਤਲਬ ਕੀ ਹੈ ਜੀ? ਬੇਸਿਕਲੀ ਉਸ ਇਨਵੈਂਟਰੀ ਦਾ ਕਹਿਣ ਦਾ ਮਤਲਬ ਹੈ ਕਿ ਸਾਡੇ ਸਟਾਕ ਦੇ ਵਿੱਚ ਪਈਆਂ ਨੇ। ਅਗਰ ਸਾਨੂੰ ਕੋਈ ਏਜੰਸੀ ਫੋਨ ਕਰਦੀ ਆ ਤਾਂ ਉਹ ਇੱਕ ਵੈਪਨ ਨਹੀਂ ਮੰਗਦੇ, ਉਹ ਲਿਸਟ ਦਿੰਦੇ ਨੇ ਕਿ ਆ ਫਲਾਣੇ 10 ਵੈਪਨ ਅਸੀਂ ਚੈੱਕ ਕਰਨਾ ਚਾਹੁੰਦੇ ਆ। ਤਾਂ ਅਸੀਂ ਉਹ 10 ਦੇ 10 ਵੈਪਨ ਏਜੰਸੀ ਕੋਲ ਲੈ ਜਾਂਦੇ ਆ। ਜੇ ਉਹਨਾਂ ਨੂੰ ਜਿਹੜਾ ਵੀ ਵਧੀਆ ਲੱਗਦਾ ਉਸ ਹਿਸਾਬ ਨਾਲ ਉਹਨਾਂ ਦਾ ਆਰਡਰ ਪਲੇਸ ਕਰ ਦਈਦਾ। ਜੋ ਅਸੀਂ ਮੈਨੂਫੈਕਚਰ ਕਰਦੇ ਉਹ ਅਸੀਂ ਦੇ ਦਿੰਦੇ ਆ। ਅਗਰ ਕੋਈ ਹੋਰ ਮੈਨੂਫੈਕਚਰਰ ਆ ਤਾਂ ਅਸੀਂ ਆਰਡਰ ਉਹਨਾਂ ਦਾ ਉਧਰ ਪਾ ਦਿੰਦੇ ਆ। ਮਾਨ ਸਾਹਿਬ, ਇੱਕ ਚੀਜ਼ ਦੱਸੋ, ਇਹ ਤਾਂ ਮੰਨਿਆ ਜਾਂਦਾ ਹੈ ਕਿ, ਜਾਂ ਇਹ ਮੰਨਿਆ ਜਾ ਸਕਦਾ ਜਿਵੇਂ ਤੁਸੀਂ ਦੱਸਦੇ ਪਏ ਹੋ ਕਿ ਤੁਸੀਂ ਯੂਐਸ ਦੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਨੇ ਉਹਨਾਂ ਨੂੰ ਹਥਿਆਰ ਸਪਲਾਈ ਕਰਦੇ ਹੋ, ਕਿਉਂਕਿ ਤੁਹਾਡੇ ਕੋਲ ਉੱਥੋਂ ਦਾ ਸਪੈਸ਼ਲ ਆਕੂਪੇਸ਼ਨਲ ਟੈਕਸ ਪੇਅਰ ਜਿਹੜਾ ਲਾਇਸੈਂਸ ਹੈਗਾ ਉਹ ਤੁਹਾਡੇ ਕੋਲ ਹੈਗਾ। ਮੈਂ ਇਹ ਜਾਣਨਾ ਚਾਹੁੰਦਾ ਤੁਹਾਡੇ ਕੋਲ ਕਿ ਸੀਐਟਲ ਤੋਂ ਮੂਸੇ ਵਾਲਾ ਪਿੰਡ ਬਹੁਤ ਲੰਬਾ ਸਫ਼ਰ ਹੈ, ਔਰ ਇਹ ਤੁਹਾਡੇ ਨਾਲ ਕਿਵੇਂ ਰਾਬਤਾ ਬਣਿਆ ਸਿੱਧੂ ਸਾਹਿਬ ਦਾ ਕਿ ਉਹ ਤੁਹਾਡੇ ਕੋਲੋਂ ਇੱਕ ਬੋਡੀ ਆਰਮਰ ਦੀ ਡਿਮਾਂਡ ਕਰਦੇ ਪਏ ਆ ਸਨੈਪਚੈਟ ਤੇ? ਦੇਖੋ ਜੀ, ਮੈਂ ਮੂਸੇਵਾਲਾ ਸਾਹਿਬ ਨੂੰ ਅਪਰੋਚ ਕੀਤਾ ਸੀਗਾ। ਇੱਕ ਤਾਂ ਮੈਂ ਉਹਨਾਂ ਦੇ ਗਾਣੇ ਸੁਣਦਾ, ਮੈਂ ਉਹਨਾਂ ਦਾ ਫੈਨ ਆ, ਤੇ ਦੂਜਾ ਜਦੋਂ ਉਹਨਾਂ ਦਾ AK-47 ਵਾਲੀ ਵਾਰਦਾਤ ਹੋਈ ਸੀ ਇੰਡੀਆ ਦੇ ਵਿੱਚ, ਤਾਂ ਮੈਂ ਉਹਨਾਂ ਨੂੰ ਕੰਟੈਕਟ ਕੀਤਾ ਵੀ ਕਿੱਥੇ ਤੁਸੀਂ ਇੱਥੇ ਚੱਕਰਾਂ 'ਚ ਪਏ ਹੋ, ਤੁਸੀਂ ਮੇਰੇ ਕੋਲ ਆਓ, ਅਸੀਂ ਉਰੇ ਗੋਲੀਆਂ ਚਲਾਉਣੇ ਹੀ ਰਹਿਣੇ ਆ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਲ ਦੇ ਵਿੱਚ ਅਸੀਂ ਟੈਸਟਿੰਗ ਦੇ ਵਿੱਚ 15,000 ਤੋਂ 20,000 ਰਾਉਂਡ ਫਾਇਰ ਕਰਦੇ ਆ। ਆਪਣੇ ਇੰਡੀਆ ਦਾ ਕਲਚਰ ਇਹ ਹੈ ਕਿ ਅਗਰ ਕਿਸੇ ਨੇ AK-47 ਚਲਾਤੀ ਆ ਤਾਂ ਉਹਨੂੰ ਵਧਾ ਚੜਾ ਕੇ ਗੱਲ ਬਣਾ ਦੇਣੀ। ਤਾਂ ਮੈਨੂੰ ਲੱਗਿਆ ਕਿ ਮੈਂ ਮੂਸੇਵਾਲਾ ਸਾਹਿਬ ਨੂੰ ਕੰਟੈਕਟ ਕਰਾਂ ਤੇ ਇਨਵਾਈਟ ਕਰਾਂ ਕਿ ਤੁਸੀਂ ਉਰੇ ਆਓ, ਤਾਂ ਕਿ ਉਹਨਾਂ ਨੂੰ ਇੰਡੀਆ 'ਚ ਕੋਈ ਟਰਬਲ ਨਾ ਆਵੇ। ਉਰੇ ਸਾਡੇ ਇੱਕ ਆਮ ਗੱਲ ਹੈ AK-47, ਇੰਡੀਆ 'ਚ ਬਹੁਤ ਬੜਾ ਚੜਾ ਕੇ ਗੱਲ ਕਰ ਦਿੱਤੀ ਜਾਂਦੀ ਆ। ਔਰ ਇਹ ਤੁਸੀਂ ਕਨੈਕਸ਼ਨ ਦੇ ਵਿੱਚ ਕਦੋਂ ਆਏ ਉਹਨਾਂ ਦੇ? ਇਹ ਮੇਰੇ ਹਿਸਾਬ ਨਾਲ ਐਗਜ਼ੈਕਟ ਡੇਟ ਤਾਂ ਪਤਾ ਨਹੀਂ ਆ, ਪਰ ਸਾਲ ਤੋਂ ਉੱਤੇ ਹੋ ਗਿਆ। ਔਰ ਜਦੋਂ ਤੁਸੀਂ ਉਹਨਾਂ ਨੂੰ ਇਹ ਚੀਜ਼ ਕਹੀ, ਕਿਉਂਕਿ ਇੱਥੇ ਬਹੁਤ ਹਾਈਲਾਈਟ ਹੋਇਆ ਸੀਗਾ ਉਹ ਮੁੱਦਾ AK-47 ਦਾ, ਔਰ ਲੱਦਾ ਕੋਠੀ ਦੇ ਵਿੱਚੋਂ AK-47 ਚੱਲੀ ਸੀਗੀ ਔਰ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀਗੀ, ਜਦੋਂ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ 15 ਤੋਂ 20,000 ਅਸੀਂ ਰਾਉਂਡ ਜਿਹੜੇ ਹੈਗੇ ਇੱਥੇ ਸਾਲ ਦੇ ਵਿੱਚ ਤਕਰੀਬਨ ਫਾਇਰ ਕਰ ਦਿੰਨੇ ਆ, ਤੇ ਤੁਸੀਂ ਇੱਥੇ ਆਓ, ਇੱਥੇ ਆ ਕੇ ਚਲਾਓ, ਤੇ ਉਹਨਾਂ ਦਾ ਰਿਐਕਸ਼ਨ ਕੀ ਸੀ? ਕੁਛ ਨਹੀਂ ਜੀ, ਉਹ ਖੁਸ਼ ਸੀਗੇ। ਉਹ ਕਹਿੰਦੇ ਵੀ ਪੱਕਾ ਆਵਾਂਗੇ ਜਦ ਸਾਡੇ ਕੋਲ ਮੌਕਾ ਲੱਗਿਆ। ਤੇ ਕੋਈ ਸਾਡੀ ਇਸ ਇਨਸੀਡੈਂਟ ਬਾਰੇ ਡਿਟੇਲ 'ਚ ਗੱਲ ਨਹੀਂ ਹੋਈ, ਕਿਉਂਕਿ ਜਦ ਅਸੀਂ ਯੂਐਸ ਤੋਂ ਬਹਿ ਕੇ ਦੇਖਦੇ ਹਾਂ ਕਿ ਮੂਸੇਵਾਲਾ ਸਾਹਿਬ ਨੇ ਇੱਕ ਸੈਮੀ ਆਟੋ ਗਨ ਚਲਾ ਲਈ ਆ ਤੇ ਐਡਾ ਮੁੱਦਾ ਬਣਾ ਦਿੱਤਾ ਗਿਆ, ਉਹ ਤਾਂ ਬੇਸਿਕਲੀ ਇਹੀ ਲੱਗ ਰਿਹਾ ਕਿ ਮੂਸੇਵਾਲਾ ਸਾਹਿਬ ਨੂੰ ਫਸਾਇਆ ਜਾ ਰਿਹਾ ਦੀ ਕੋਈ ਐਡੀ ਗੱਲ ਨਹੀਂ ਸੀ। ਅੱਛਾ ਮਾਨ ਸਾਹਿਬ, ਇੱਕ ਚੀਜ਼ ਹੋਰ ਦੱਸੋ ਕਿ ਜਿਹੜਾ ਅਸੀਂ ਵਰਡਸ ਯੂਜ਼ ਕਰਦੇ ਪਏ ਹਾਂ ਸੈਮੀ ਆਟੋ ਤੇ ਫੁੱਲ ਆਟੋ, ਦਰਸ਼ਕਾਂ ਦੇ ਸਹੂਲੀਅਤ ਲਈ ਮੈਂ ਜਾਣਨਾ ਚਾਹੁੰਦਾ, ਤੁਸੀਂ ਇਹਨਾਂ ਨੂੰ ਸਮਝਾਓ ਕਿ ਇਹ ਸੈਮੀ ਆਟੋ ਤੇ ਫੁੱਲ ਆਟੋ ਹੈ ਕੀ ਹੈ?
ਦੇਖੋ ਜੀ, ਸੈਮੀ ਆਟੋ ਉਹਨੂੰ ਕਹਿ ਦਿੰਦੇ ਆ ਜਦ ਆਪਾਂ ਇੱਕ ਵਾਰ ਟ੍ਰਿਗਰ ਦੱਬਾਂਗੇ ਇੱਕ ਗੋਲੀ ਚੱਲੇਗੀ। ਫੁੱਲ ਆਟੋ ਉਹ ਆ ਕਿ ਅਗਰ ਆਪਾਂ ਇੱਕ ਵਾਰ ਟ੍ਰਿਗਰ ਦੱਬਾਂਗੇ ਜਿੰਨੀਆਂ ਗੋਲੀਆਂ ਮੈਗਜ਼ੀਨ 'ਚ ਨੇ ਉਹ ਖਾਲੀ ਕਰ ਦੇਗੀ, ਰਾਈਫਲ ਜਾਂ ਪਿਸਟਲ। ਉਹਨੂੰ ਫੁੱਲ ਆਟੋ ਕਹਿ ਦਿੰਦੇ ਆ। ਬੇਸਿਕਲੀ ਸੈਮੀ ਆਟੋ ਉਹ ਆ ਕਿ ਇੱਕ ਵਾਰ ਟ੍ਰਿਗਰ ਦੱਬਿਆ ਇੱਕ ਗੋਲੀ ਚੱਲੇਗੀ। ਫੁੱਲ ਆਟੋ ਮਤਲਬ ਤੁਸੀਂ ਟ੍ਰਿਗਰ ਦੱਬਿਆ, ਜਿੰਨੀਆਂ ਗੋਲੀਆਂ ਮੈਗਜ਼ੀਨ 'ਚ ਨੇ ਉਹ ਖਾਲੀ ਹੋ ਜਾਣਗੇ, ਚਾਹੇ ਉਹ 30 ਦੀ ਮੈਗਜ਼ੀਨ ਆ, ਚਾਹੇ ਤੁਸੀਂ ਡਰਮ ਲਾ ਰੱਖਿਆ। ਮੈਂ ਅਗਲੇ ਸਵਾਲ ਤੇ ਆਉਣਾ ਕਿਉਂਕਿ ਉਹਦਾ ਕਨੈਕਸ਼ਨ ਇਹਦੇ ਨਾਲ ਹੀ ਹੈ। ਇੱਕ ਵੀਡੀਓ ਬੜੀ ਵਾਇਰਲ ਹੋਈ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ, ਕਿ ਉਹਦੇ 'ਚ ਆਵਾਜ਼ਾਂ ਆ ਰਹੀਆਂ ਗੋਲੀਆਂ ਚੱਲਣ ਦੀਆਂ, ਔਰ ਤੁਹਾਡਾ ਵੀ ਖਾਸ ਤੌਰ ਤੇ ਖਦਸ਼ਾ ਸੀਗਾ ਕਿ ਜਿਹੜਾ AN-94 ਤੇ AK-94 ਉਹਦੇ 'ਚ ਜਿਹੜਾ ਰੌਂਦ ਪੈਂਦਾ, ਮੈਨੂੰ ਕਰੈਕਟ ਕਰ ਦੇਣਾ ਜੇ ਮੈਂ ਕੁਝ ਗਲਤ ਬੋਲ ਰਿਹਾ ਹਾਂ, ਉਹਦੇ 'ਚ ਜਿਹੜਾ ਰੌਂਦ ਪੈਂਦਾ ਉਹ ਸੇਮ ਹੁੰਦਾ ਹੈ। ਤੇ ਫਿਰ ਅਸੀਂ AN-94 ਕਿਉਂ ਕਹਿੰਦੇ ਪਏ ਆ? ਹੋ ਤਾਂ ਇਹ ਵੀ ਸਕਦਾ ਕਿ ਉੱਥੇ AK-94 ਵਰਤੀ ਗਈ ਹੋਵੇ। ਦੇਖੋ ਜੀ, ਜਿਹੜਾ ਹੀ AK-74 ਆ ਤੇ AN-94 ਆ, ਉਹਦੇ ਵਿੱਚ ਸੇਮ ਕਾਰਟ੍ਰਿਜ ਪੈਂਦਾ ਜੋ ਕਿ 5.45/39 ਆ। ਜਦ ਮੀਡੀਆ ਨੇ ਰਿਪੋਰਟ ਕੀਤਾ ਕਿ ਜੀ AN-94 ਫੜੀ ਗਈ ਆ, ਤਾਂ ਮੈਂ ਅਸਿਊਮ ਕੀਤਾ ਕਿ ਉਹਨਾਂ ਕੋਲ ਕੋਈ ਖੋਲ ਫੜਿਆ ਗਿਆ ਹੋਣਾ। ਮੇਰੇ ਹਿਸਾਬ ਨਾਲ ਜਿਹੜੀ AN-94 ਦੀ ਥਿਊਰੀ ਹੈ, ਇੱਕ ਹਾਈਪ ਕ੍ਰੀਏਟ ਲਈ ਕੀਤੀ ਗਈ ਹੈ, ਜਾਂ ਜਿਹੜੇ ਬੰਦੇ ਨੇ ਕਿਹਾ ਉਹਨੂੰ ਪਤਾ ਨਹੀਂ ਸੀ। ਕਿਉਂਕਿ ਅਗਰ ਸੇਮ ਰਾਉਂਡ ਪੈਂਦਾ AK-74 ਤੇ AN-94 ਚ, ਤਾਂ ਉਹ ਕਿਵੇਂ ਸ਼ੋਰ ਹੋ ਸਕਦੇ ਨੇ ਇੱਕ ਖੋਲ ਤੋਂ ਕਿ AN-94 ਆ। AN-94 ਬਹੁਤ ਹੀ ਰੇਅਰ ਵੈਪਨ ਆ ਕਿ ਅਮਰੀਕਾ ਦੇ ਵਿੱਚ ਵੀ ਸ਼ਾਇਦ 10 ਹੋਣ। ਹੁਣ ਜੇ ਕੋਈ ਕ੍ਰਿਮੀਨਲ ਆ, ਉਹਨੇ ਵਾਰਦਾਤ ਨੂੰ ਅੰਜਾਮ ਦੇਣਾ, ਉਹ ਇੰਨੇ ਮਤਲਬ ਉਹ ਇੰਨੇ ਔਖੇ ਕਿਉਂ ਹੋਣਗੇ ਵੀ ਇੰਨੀ ਰੇਅਰ ਵੈਪਨ ਨੂੰ ਲੱਭਣ ਜਾਣਗੇ? ਉਹ ਤਾਂ ਕੋਈ ਸੌਖਾ ਵੈਪਨ ਲੱਭਣਗੇ ਕਿ ਜਿਹੜਾ ਬਾਰਡਰ ਤੋਂ ਪਾਰ ਆ ਜਾਵੇ ਉਹਨਾਂ ਨੂੰ। ਕਿਉਂਕਿ ਅਸੀਂ ਜਦੋਂ ਖਬਰਾਂ ਪੜ੍ਹਦੇ ਹਾਂ ਤਾਂ ਮੁੰਗੇਰ ਇੱਕ ਜਗ੍ਹਾ ਹੈਗੀ ਆ ਇੱਥੇ ਭਾਰਤ ਦੇ ਵਿੱਚ, ਉਹ ਮੰਨਿਆ ਜਾਂਦਾ ਕਿ ਉੱਥੇ ਫੈਕਟਰੀਜ਼ ਨੇ ਔਰ ਇਲੀਗਲ ਤਰੀਕੇ ਦੇ ਨਾਲ ਉੱਥੇ ਵੈਪਨਸ ਤਿਆਰ ਹੁੰਦੇ ਆ। ਉੱਥੇ ਵੀ ਜੇ ਗੱਲ ਕੀਤੀ ਜਾਵੇ ਤਾਂ ਅੱਜ ਤੱਕ, ਪਹਿਲਾਂ ਜੋ ਹੁੰਦਾ ਸੀਗਾ ਪੁਲਿਸ ਵਾਲੇ ਜਦੋਂ ਰੇਡ ਮਾਰਦੇ ਸੀਗੇ 1 ਮਹੀਨੇ ਦੇ ਵਿੱਚ 2 ਵਾਰ ਜਾ ਕੇ ਰੇਡ ਮਾਰਦੇ ਸੀ, ਹੁਣ ਤਾਂ ਖੈਰ ਉਹ ਚਲਨ ਜਿਹੜਾ ਹੈਗਾ ਖਤਮ ਹੋ ਚੁੱਕਾ, ਹੁਣ ਰੇਡਾਂ ਘੱਟ ਵੱਜਦੀਆਂ ਉਸ ਏਰੀਏ 'ਚ ਵੀ। ਲੇਕਿਨ ਉੱਥੇ ਮੁੰਗੇਰ ਦੇ ਵਿੱਚ ਵੀ ਜਿਹੜੇ ਵੈਪਨਸ ਤਿਆਰ ਹੁੰਦੇ ਸੀਗੇ, ਉੱਥੇ ਵੀ AK-47 ਜਾਂ AK-94 ਦਾ ਜ਼ਿਕਰ ਚੱਲਿਆ ਹਮੇਸ਼ਾ, AN-94 ਦਾ ਨਹੀਂ ਕਦੀ ਜ਼ਿਕਰ ਚੱਲਿਆ। ਇਸ ਕਰਕੇ ਮੈਂ ਸੁਣਨਾ ਚਾਹ ਰਿਹਾ ਸੀਗਾ ਤੁਹਾਡੇ ਕੋਲੋਂ। ਦੂਜੀ ਗੱਲ, ਜਿਹੜੀ ਉੱਥੇ ਇੱਕ ਵੀਡੀਓ ਵਾਇਰਲ ਅਸੀਂ ਦੇਖੀ ਆ, ਉਹਦੇ 'ਚ ਜੋ ਆਵਾਜ਼ਾਂ ਨੇ ਗੋਲੀਆਂ ਚੱਲਣ ਦੀਆਂ, ਉਹਦੇ ਤੋਂ ਕੀ ਅੰਦਾਜ਼ਾ ਲਗਾਇਆ ਜਾ ਸਕਦਾ? ਉਹ ਸੈਮੀ ਆਟੋ ਸੀਗੀ ਗਨ ਜਾਂ ਫੁੱਲ ਆਟੋ ਸੀਗੀ? ਉਹ ਜੀ, ਜਿਹੜੀ ਮੈਂ ਵੀਡੀਓ ਦੇਖੀ ਆ, ਮੈਂ 100% ਸ਼ੋਰ ਆ ਕਿ ਕੋਈ ਕਿਸੇ ਤਰੀਕੇ ਦੀ ਸੈਮੀ ਆਟੋ ਵੈਪਨ ਫਾਇਰ ਹੋਇਆ, ਚਾਹੇ ਤਾਂ ਉਹ ਪਿਸਟਲ ਹੋਵੇ, ਚਾਹੇ ਤਾਂ ਉਹ ਰਾਈਫਲ ਹੋਵੇ। ਸੈਮੀ ਆਟੋ ਤੇ ਫੁੱਲ ਆਟੋ 'ਚ ਇੱਕ ਡਿਸਟਿੰਗੁਇਸ਼ਡ ਸਾਊਂਡ ਆ। ਜਿਹੜਾ ਵੀ ਬੰਦਾ ਫੁੱਲ ਆਟੋ ਫਾਇਰ ਕਰਦਾ, ਉਹ ਇੰਸਟੈਂਟਲੀ ਤੁਹਾਨੂੰ ਦੱਸ ਸਕਦਾ ਕਿ ਇਹ ਫੁੱਲ ਆਟੋ ਨਹੀਂ ਸੀ। ਅੱਛਾ ਮਾਨ ਸਾਹਿਬ, ਇੱਕ ਚੀਜ਼ ਦੱਸੋ, ਤੁਸੀਂ ਸਿਐਟਲ ਦੇ ਵਿੱਚ ਜਾਂ ਬਾਹਰ ਜਿੱਥੇ ਰਹਿੰਦੇ ਹੋ, ਉੱਥੋਂ ਦਾ ਕਲਚਰ ਹੈਗਾ ਕਿ ਉੱਥੇ ਤੁਸੀਂ ਫਾਇਰਿੰਗ ਕਰ ਸਕਦੇ ਹੋ, ਉੱਥੇ ਜਾ ਕੇ ਤੁਸੀਂ ਸਿੱਖ ਸਕਦੇ ਹੋ। ਇੱਥੇ ਲਿਮਿਟਿਡ ਹੁੰਦਾ ਸਭ ਕੁਝ, ਇੱਥੇ ਲਿਮਿਟਿਡ ਰੌਂਦ ਮਿਲਦੇ ਆ, ਸਭ ਕੁਝ ਲਿਮਿਟਸ ਦੇ ਅੰਡਰ ਹੈ। ਜਿਵੇਂ ਮੂਸੇਵਾਲਾ ਸਾਹਿਬ ਕੋਲ 45 ਬੋਰ ਸੀ, ਔਰ ਇੱਥੇ ਕਲਚਰ ਉਹ ਨਹੀਂ ਹੈਗਾ ਕਿ ਸਿੱਖ ਸਕਦੇ ਹੋ। ਉੱਥੇ ਜੇ ਬੰਦੂਕ ਚਲਾਣੀ ਹੈ ਜਾਂ ਸਾਹਮਣੇ ਤੁਹਾਡੇ ਤੇ ਅਟੈਕ ਹੋ ਗਿਆ, ਇਹ ਵੀ ਬਹੁਤ ਲਾਜ਼ਮੀ ਤੇ ਜ਼ਰੂਰੀ ਹੈ ਕਿ ਤੁਸੀਂ ਟ੍ਰੇਨਡ ਹੋ ਗੋਲੀ ਚਲਾਉਣ ਦੇ ਵਿੱਚ। ਤੁਹਾਡੇ ਦੁਸ਼ਮਣ ਜੇ ਟ੍ਰੇਨਡ ਹੈਗੇ, ਉਹਨਾਂ ਕੋਲ ਐਡੇ ਇੱਕ ਆਧੁਨਿਕ ਹਥਿਆਰ ਹੈਗੇ ਆ ਕਿ ਟ੍ਰਿਗਰ ਨੱਪਣਗੇ ਤਾਂ ਗੋਲੀਆਂ ਦੀਆਂ ਮਤਲਬ ਕਿ ਇੱਕਦਮ ਬਾਰਿਸ਼ ਹੋ ਜਾਏਗੀ। ਤੇ ਤੁਹਾਨੂੰ ਸਿੱਖਣ ਦੇ ਲਈ ਤਾਂ ਪ੍ਰੈਕਟਿਸ ਕਰਨ ਦੇ ਲਈ ਬਹੁਤ ਜ਼ਰੂਰੀ ਹੈ। ਇਸ ਕਰਕੇ ਤੁਸੀਂ ਉਹਨਾਂ ਨੂੰ ਇਹ ਵੀ ਕਿਹਾ ਸੀਗਾ। ਇਹ ਜੋ ਇੱਕ ਮੈਨੂੰ ਸਮਝਾਓ ਕਿ ਕਿੰਨਾ ਕੁ ਜ਼ਰੂਰੀ ਹੈ ਪ੍ਰੈਕਟਿਸ ਕਰਨਾ, ਔਰ ਜਿੰਨੇ ਕੁ ਜ਼ਿਆਦਾ ਰਾਉਂਡ ਤੁਸੀਂ ਫਾਇਰ ਕਰਦੇ ਹੋ, ਉਨੀ ਕੁ ਜ਼ਿਆਦਾ ਤੁਹਾਡੀ ਮਹਾਰਤ ਹਾਸਲ ਹੁੰਦੀ ਜਾਂਦੀ ਹੈ ਉਹਦੇ 'ਚ। ਬਿਲਕੁਲ ਜੀ, ਜਦ ਤੁਸੀਂ ਹਥਿਆਰ ਚਲਾਉਂਦੇ ਹੋ, ਉਹਦੀ ਇੱਕ ਆਵਾਜ਼ ਤੇ ਰੀਕੋਇਲ, ਜਿਹੜੀ ਆਵਾਜ਼ ਆ ਆਮ ਬੰਦੇ ਨੂੰ ਉਹ ਡਰਾ ਦਿੰਦੀ ਹੈ। ਜਿਵੇਂ ਜਿਵੇਂ ਤੁਸੀਂ ਚਲਾਈ ਜਾਂਦੇ ਹੋ, ਤੁਸੀਂ ਰਿਲੈਕਸਡ ਹੋ ਜਾਂਦੇ ਹੋ। ਹੁਣ ਮੈਂ ਕਈ ਬੰਦਿਆਂ ਨੂੰ ਇਹ ਵੀਅਰਡ ਸਾਊਂਡ ਲੱਗੂਗਾ ਕਿ ਜਦ ਮੈਂ ਗੋਲੀਆਂ ਦੀ ਆਵਾਜ਼ ਸੁਣਦਾ ਤਾਂ ਮੈਂ ਰਿਲੈਕਸ ਹੋ ਜਾਂਦਾ। ਮੈਨੂੰ ਸਾਰੀ ਦਿਹਾੜੀ ਅਗਰ ਫੋਨ ਚੱਲੇ ਤਾਂ ਰਿਲੈਕਸੇਸ਼ਨ ਫੀਲ ਹੁੰਦੀ ਆ। ਕਿਉਂਕਿ ਬੰਦੂਕ ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਜਦ ਚਲਾਉਣੀ ਆ, ਸੌਰੀ, ਬੰਦੂਕ ਦੇ ਵਿੱਚ ਇਹ ਨਹੀਂ ਆ ਕਿ ਜਦ ਤੁਸੀਂ ਚਲਾਉਣ ਜਾਂਦੇ, ਆਮ ਸੌਰੀ, ਕੋਈ ਨਹੀਂ, ਕੰਟੀਨਿਊ। ਦੇਖੋ ਸਰ, ਇਹ ਆ ਵੀ ਜਿਵੇਂ ਤੁਸੀਂ ਪ੍ਰੈਕਟਿਸ ਕਰਦੇ ਆ, ਤੁਹਾਡਾ ਇੱਕ ਮਨੋਬਲ ਵੱਧਦਾ ਆ ਤੇ ਇੱਕ ਸਾਊਂਡ ਨੂੰ ਤੁਸੀਂ ਯੂਜ਼ ਟੂ ਹੋ ਜਾਂਦੇ ਹੋ। ਜਿੰਨੀ ਵੱਧ ਪ੍ਰੈਕਟਿਸ ਕਰੋਗੇ, ਉਨਾ ਤੁਹਾਡਾ ਕੌਨਫੀਡੈਂਸ ਵੀ ਵਧੇਗਾ। ਕਿਉਂਕਿ ਐਸੇ ਮਾਹੌਲ ਦੇ ਵਿੱਚ ਅਗਰ ਸਾਹਮਣੇ ਗੋਲੀਆਂ ਚੱਲ ਰਹੀਆਂ, ਅਗਰ ਤੁਹਾਡੀ ਕੋਈ ਪ੍ਰੈਕਟਿਸ ਨਹੀਂ ਆ, ਤੁਹਾਡਾ ਜਵਾਬੀ ਫਾਇਰ ਤਾਂ ਹੋਣਾ ਹੀ ਨਹੀਂ ਆ। ਆਪਣੇ ਇੰਡੀਆ ਦੇ ਵਿੱਚ ਇੱਕ ਥਿਊਰੀ ਹੈ ਕਿ ਹਵਾ 'ਚ ਗੋਲੀ ਚਲਾ ਦਿਓ। ਸਾਡੇ ਉਰੇ ਹਵਾ 'ਚ ਚਲਾਉਣ ਦੀ ਥਿਊਰੀ ਨਹੀਂ ਆ। ਉਰੇ ਅਸੀਂ ਗੋਲੀ ਜਦ ਚਲਾਉਣੀ ਆ ਜਦ ਸਾਨੂੰ ਪਤਾ ਹੈ ਕਿ ਅਗਰ ਨਹੀਂ ਚਲਾਈ ਤਾਂ ਕਿਸੇ ਨੇ ਮਾਰ ਦੇਣਾ, ਤਾਂ ਗੋਲੀ ਸਿੱਧੀ ਚਲਾਉਣੀ ਆ। ਮਾਨ ਸਾਹਿਬ, ਇੱਕ ਚੀਜ਼ ਹੋਰ ਹੈਗੀ ਆ
ਅੱਜ ਤੋਂ ਕੁਝ ਸਮਾਂ ਪਹਿਲਾਂ ਸੁੱਖਾ ਕਾਲਵਾ ਇੱਕ ਗੈਂਗਸਟਰ ਹੋਇਆ, ਉਹਦਾ ਕਤਲ ਹੋਇਆ ਸੀ। ਉਹਨੂੰ ਤਰੀਕ ਤੋਂ ਵਾਪਸ ਨਾਭਾ ਜੇਲ੍ਹ ਲੈ ਕੇ ਜਾਇਆ ਜਾ ਰਿਹਾ ਸੀਗਾ, ਔਰ ਜਿਸ ਵੈਨ ਦੇ ਵਿੱਚ ਉਹ ਜਾ ਰਿਹਾ ਸੀਗਾ 6 ਗਨਮੈਨ ਉਹਦੇ ਨਾਲ ਸੀ। ਔਰ ਗਾਉਂਡਰ ਜੋ ਸੀ ਉਸਨੇ ਜਦੋਂ ਅਟੈਕ ਕੀਤਾ, ਪਹਿਲਾਂ ਆ ਕੇ ਉਹਨਾਂ ਗਨਮੈਨ ਦੇ ਕੋਲੋਂ ਉਹਨਾਂ ਦੀਆਂ ਰਫਲਾਂ ਖੋਲੀਆਂ, ਉਸ ਤੋਂ ਬਾਅਦ ਗੋਲੀਆਂ ਮਾਰੀਆਂ ਸੁੱਖਾ ਕਾਲਵਾ ਦੇ, ਤੇ ਉਸ ਤੋਂ ਬਾਅਦ ਭੰਗੜੇ ਪਾਏ ਤੇ ਉਹ ਭੰਗੜੇ ਪਾ ਕੇ ਵਾਪਸ ਚਲੇ ਗਏ। ਮੈਂ ਇੱਥੇ ਇਹ ਜਾਣਨਾ ਚਾਹੁੰਦਾ ਕਿ ਜਿਹੜੀ ਅਸੀਂ ਗੱਲ ਕਰਦੇ ਪਏ ਹਾਂ ਕਿ ਮਨੋਬਲ ਵਧਾਉਂਦੀ ਹੈ ਇਹ ਚੀਜ਼, ਇਹ ਤਾਂ ਜੇ ਗਾਉਂਡਰ ਵਰਗੇ ਅਟੈਕ ਕਰਦੇ ਆ ਸੁੱਖਾ ਕਾਲਵਾ, ਔਰ ਅਸੀਂ ਇੱਥੇ ਇੱਕ ਥਿਊਰੀ ਹੋਰ ਜੋੜ ਦਿੰਦੇ ਆ ਕਿ ਜੇ ਸਿੱਧੂ ਮੂਸੇਵਾਲਾ ਆਪਣਾ ਗਨਮੈਨ ਨਾਲ ਲੈ ਕੇ ਜਾਂਦਾ ਸ਼ਾਇਦ ਬਚਾਅ ਹੋ ਜਾਂਦਾ, ਉਹ ਬਾਹਰ ਨਿਕਲ ਕੇ ਅਟੈਕ ਕਰਦੇ। ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ ਜੀ, ਮੈਂ ਇਹਨੂੰ ਦੋ ਤਰੀਕੇ ਨਾਲ ਦੇਖਦਾ। ਇੱਕ ਤਾਂ ਜੇ ਮੂਸੇਵਾਲਾ ਸਾਹਿਬ ਗਨਮੈਨ ਲੈ ਕੇ ਜਾਂਦੇ ਸ਼ਾਇਦ ਉਹਨਾਂ ਦੇ ਅਟੈਕ ਨਾ ਹੁੰਦੇ, ਕਿ ਵਰਦੀ ਦਾ ਰੋਬ ਹੈ ਇੰਡੀਆ ਦੇ ਵਿੱਚ। ਦੂਜਾ ਮੈਂ ਇਹ ਦੇਖਦਾ ਕਿ ਅਗਰ ਜਿਹੜੇ ਉਹ ਕ੍ਰਿਮੀਨਲ ਸੀ, ਗੈਂਗਸਟਰ ਸੀ, ਤੇ ਉਹ ਇਹ ਮੱਥ ਕੇ ਆਏ ਸੀ ਕਿ ਅਟੈਕ ਕਰਨਾ ਹੀ ਕਰਨਾ, ਚਾਹੇ ਇਹਨਾਂ ਕੋਲ ਬੁਲਟ ਪ੍ਰੂਫ ਗੱਡੀ ਹੈ ਜਾਂ ਗਨਮੈਨ ਹੈ ਜਾਂ ਨਹੀਂ। ਜੇ ਉਹਨਾਂ ਕੋਲ AK-47 ਜਾਂ AK-74 ਸੀ ਤੇ ਉਹ 7 ਤੋਂ 8 ਬੰਦੇ ਸੀਗੇ, ਤੇ ਮੂਸੇਵਾਲਾ ਸਾਹਿਬ ਨਾਲ ਇੱਕ ਗਨਮੈਨ ਹੁੰਦਾ ਜਾਂ ਦੋ ਹੁੰਦੇ, ਹਾਈ ਚਾਂਸ ਆ ਕਿ ਉਹ ਉੱਥੋਂ ਮੌਕੇ ਤੋਂ ਭੱਜਦੇ, ਨਾ ਕਿ ਉੱਤਰ ਕੇ ਮੁਕਾਬਲਾ ਕਰਦੇ। ਮੈਂ ਇਸ ਵਿੱਚ ਇਹ ਨਹੀਂ ਕਹਿਣਾ ਚਾਹਾਂਗੀ ਪੰਜਾਬ ਪੁਲਿਸ ਜਾਂ ਪੰਜਾਬ ਕਮਾਂਡੋਸ ਕਾਬਿਲ ਨਹੀਂ, ਪਰ ਮੈਂ ਕਹਿ ਰਿਹਾ ਕਿ ਜਦ ਵੱਧ ਬੰਦੇ ਫਾਇਰਿੰਗ ਕਰ ਰਹੇ ਆ, ਆਮ ਬੰਦੇ ਦਾ ਮਨੋਬਲ ਹੀ ਨਹੀਂ ਬਣਦਾ। ਘੱਟੋ ਘੱਟ ਮੂਸੇਵਾਲਾ ਸਾਹਿਬ ਨਾਲ 7 ਤੋਂ 8 ਬੰਦੇ ਚਾਹੀਦੇ ਸੀ, ਕਿਉਂਕਿ ਜਦ ਫਾਇਰਿੰਗ ਹੁੰਦੀ ਆ ਤਾਂ 2-3 ਬੰਦੇ ਉਤਰਦੇ ਨੇ, ਦੂਜੇ ਬੰਦੇ ਦਾ ਵੀ ਹੌਸਲਾ ਬਣਦਾ ਵੀ ਲੜੀਏ। ਕੱਲਾ ਬੰਦਾ ਕੋਈ ਨਹੀਂ ਮਰਨਾ ਚਾਹੁੰਦਾ, ਜਿੰਨਾ ਮਰਜ਼ੀ ਬੰਦਾ ਟ੍ਰੇਨਡ ਆ, ਜਿੰਨੇ US ਦੇ ਸਪੈਸ਼ਲ ਫੋਰਸਿਸ ਨੇ, ਜਦ ਗੋਲੀ ਚੱਲਦੀ ਆ ਹਰੇਕ ਲੁਕਦਾ। ਅਗਰ ਤੁਹਾਨੂੰ ਕੋਈ ਇਹ ਬੰਦਾ ਕਹਿੰਦਾ ਕਿ ਨਹੀਂ, ਉਹ ਸਿਰਫ ਟੀਮ ਵਰਕ ਨਾਲ ਕੰਮ ਚੱਲਦਾ, ਅਗਰ 4 ਕਮਾਂਡੋਸ ਹੁੰਦੇ ਥੱਲੇ ਉਤਰਦੇ, ਚਾਰੇ ਤਰਫ ਤੋਂ ਫਾਇਰਿੰਗ ਹੁੰਦੀ, ਤਾਂ ਉਹ ਮੁਕਾਬਲਾ ਕਰਦੇ। ਦੂਜਾ ਮੈਨੂੰ ਇਹ ਦੱਸੋ ਕਿ ਜਿਹੜਾ 45 ਬੋਰ ਦਾ, ਔਰ ਉਹਨਾਂ ਨੇ ਆਪਣੇ ਗੀਤ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਡੱਬ ਟੰਗਿਆ 14.5 ਲੱਖ ਦਾ, ਕੁਝ ਇਸ ਤਰੀਕੇ ਦੇ ਨਾਲ ਲਾਈਨ ਵੀ ਉਹਨਾਂ ਨੇ ਵਰਤੀ ਸੀਗੀ। ਇਹ 45 ਬੋਰ ਦਾ ਜਿਹੜਾ ਉਹਨਾਂ ਨੇ ਪਿਸਟਲ ਟੰਗਿਆ ਹੋਇਆ ਸੀਗਾ, ਇਹ ਕਿੰਨਾ ਮਾਰੂ ਹਥਿਆਰ ਹੈ? ਦੇਖੋ ਜੀ, 40 ਠੀਕ ਹੈ, ਕੋਈ ਇਹ AK-47 ਦੇ ਮੁਕਾਬਲੇ 'ਚ ਕੁਝ ਨਹੀਂ ਹੈ। 45 ਦੀ ਵੱਧ ਤੋਂ ਵੱਧ ਮਾਰ ਕਿੰਨੀ ਹੋਏਗੀ? 50 ਮੀਟਰ, 100 ਮੀਟਰ। ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਪਿਸਟਲ ਨਾਲ ਨਿਸ਼ਾਨਾ ਲਾਉਣਾ ਔਖਾ, ਰਾਈਫਲ ਨਾਲ ਨਿਸ਼ਾਨਾ ਲਾਉਣਾ ਸੌਖਾ। ਆਮ ਬੰਦੇ ਨੂੰ ਤਾਂ ਇੱਕ ਮਿੰਟ, ਤੁਸੀਂ ਬੜੀ ਵੱਡੀ ਗੱਲ ਕਹਿ ਰਹੇ ਹੋ ਕਿ ਪਿਸਟਲ ਨਾਲ ਨਿਸ਼ਾਨਾ ਲਾਉਣਾ ਔਖਾ ਔਰ ਰਾਈਫਲ ਦੇ ਨਾਲ ਲਗਾਉਣਾ ਸੌਖਾ, ਕਿਉਂਕਿ ਜਦੋਂ ਅਸੀਂ ਵੀਡੀਓਜ਼ ਦੇਖਦੇ ਹਾਂ, ਜਦੋਂ ਰਾਈਫਲ ਚਲਦੀ ਹੈ ਉਹ ਇੱਥੇ ਮੋਢੇ ਤੇ ਰੱਖੀ ਹੁੰਦੀ ਹੈ, ਔਰ ਉਹ ਰੀਕੋਇਲ ਜਦੋਂ ਹੁੰਦੀ ਹੈ ਤਾਂ ਝਟਕਾ ਵੱਜਦਾ ਹੈ। ਐਂਡ ਸੇਮ ਗੋਜ਼ ਫॉर ਪਿਸਟਲ ਆਲਸੋ। ਹੁਣ ਇਹਨੂੰ ਤੁਸੀਂ ਡਿਫਾਈਨ ਕਰੋ, ਜੋ ਤੁਸੀਂ ਸਟੇਟਮੈਂਟ ਦਿੱਤੀ ਹੈ ਕਿ ਕਿਉਂ ਏਦਾਂ ਕਿਉਂ ਕਿਹਾ। ਦੇਖੋ ਜੀ, ਜਦ ਆਪਾਂ ਰਾਈਫਲ ਫੜਦੇ ਆ, ਆਪਣੇ ਇੱਕ ਤਾਂ ਸ਼ੋਲਡਰ ਤੇ ਬੱਟ ਪੈਡ ਹੁੰਦਾ, ਦੂਜਾ ਆਪਾਂ ਦੋਨੇ ਹੱਥ ਯੂਜ਼ ਕਰ ਰਹੇ ਆ, ਇੱਕ ਟ੍ਰਿਗਰ ਤੇ ਹੋਏਗਾ, ਇੱਕ ਫਰੰਟ ਤੇ ਹੋਏਗਾ, ਤਾਂ ਤੁਹਾਡੇ ਕੋਲ ਸਪੋਰਟ ਬਹੁਤ ਹੋ ਜਾਂਦੀ ਆ। ਪਿਸਟਲ ਦੇ ਵਿੱਚ ਸਿੱਧਾ ਤੁਸੀਂ ਹੱਥ ਨਾਲ ਫੜਿਆ ਹੋਇਆ, ਤਾਂ ਮੈਂ ਤੁਹਾਨੂੰ ਐਕਸਪੀਰੀਅੰਸ ਨਾਲ ਦੱਸ ਰਿਹਾ ਕਿ ਜਦੋਂ ਮੈਂ ਸ਼ੁਰੂ ਕੀਤਾ ਸੀ, ਪਿਸਟਲ ਨਾਲ 15 ਯਾਰਡ ਦੇ ਵੀ ਨਿਸ਼ਾਨਾ ਲਾਉਣਾ ਬਹੁਤ ਔਖਾ। ਇੱਕ ਕਿਲ ਜ਼ੋਨ ਕਹਿੰਦੇ ਆ ਜਿਹਨੂੰ, ਮੈਂ ਕਹਿਣਾ ਵੀ ਆਮ ਬੰਦਾ ਲੈ ਆਇਓ, ਉਹ 15 ਯਾਰਡ ਦੇ ਵੀ ਕਿਲ ਜ਼ੋਨ 'ਚ 10 ਸ਼ਾਟ ਨਹੀਂ ਮਾਰ ਸਕੇਗਾ। ਰਾਈਫਲ ਨਾਲ ਇੱਕ ਅਣਜਾਣ ਬੰਦੇ ਨੂੰ ਵੀ ਤੁਸੀਂ ਫੜਾ ਦੋਗੇ, ਥੋੜੀ ਐਕਸਪਲੇਨੇਸ਼ਨ ਨਾਲ ਉਹ ਜ਼ਿਆਦਾ ਹਿੱਟ ਕਰ ਦੇਗਾ। ਮਤਲਬ ਪਿਸਟਲ ਨਾਲ ਇੰਨਾ ਸੌਖਾ ਨਹੀਂ ਆ। ਪਿਸਟਲ ਸਿਰਫ 10 ਮੀਟਰ ਦੀ ਮੇਰੇ ਹਿਸਾਬ ਨਾਲ ਨੇੜਿਓਂ ਫਾਈਟ ਕਰਨ ਲਈ ਆ। ਅਗਰ ਇਸ ਕੇਸ ਦੇ ਵਿੱਚ ਆਪਾਂ ਇੱਕ ਐਗਜ਼ੰਪਸ਼ਨ ਲਾਉਨੇ ਕਿ ਮੂਸੇਵਾਲਾ ਸਾਹਿਬ ਨੂੰ ਗੋਲੀਆਂ ਚੱਲਦੀਆਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਜਵਾਬੀ ਫਾਇਰ ਦੇ ਰਹੇ ਸੀ, ਤਾਂ ਅਗਰ 10 ਰਾਉਂਡ ਵੀ ਫਾਇਰ ਕਰ ਦਿੰਦੇ, ਅਗਰ ਇੱਕ ਤਾਂ ਗੱਡੀ ਦੇ ਵਿੱਚੋਂ ਜਦ ਤੁਸੀਂ ਰਾਉਂਡਸ ਫਾਇਰ ਕਰ ਰਹੇ ਹੋ, ਜਦ ਗੋਲੀਆਂ ਚੱਲ ਰਹੀਆਂ, ਸ਼ੀਸ਼ਾ ਬਲਰ ਹੋ ਜਾਂਦਾ, ਇਹੀ ਨਹੀਂ ਪਤਾ ਲੱਗਦਾ ਵੀ ਫਾਇਰ ਕਰਨੇ ਕਿੱਥੇ ਆ। ਵੱਧ ਤੋਂ ਵੱਧ ਮੂਸੇਵਾਲਾ ਸਾਹਿਬ ਦੇ ਰਾਉਂਡ ਲਾ ਲਓ ਵੀ ਤੁਸੀਂ 35 ਯਾਰਡ ਤੱਕ ਚਲੇ ਜਾਂਦੇ। ਅੱਛਾ, ਇੱਕ ਉਹ ਤੁਹਾਡੇ ਕੋਲ ਆਡੀਓ ਦੇ ਵਿੱਚ ਸਟੈਮ ਦਾ ਜ਼ਿਕਰ ਕਰਦੇ ਪਏ ਆ, ਉਹ ਸਟੈਮ ਕੀ ਆ? ਔਰ ਦੂਜਾ ਉਹਨਾਂ ਦੇ ਪਿਸਟਲ, ਅਸੀਂ ਅਕਸਰ ਪਿਸਟਲ ਦੇਖਦੇ ਹਾਂ, ਉਹ ਮੈਗਜ਼ੀਨ ਜਿਹੜਾ ਹੁੰਦਾ ਅੰਦਰ ਹੁੰਦਾ, ਲੇਕਿਨ ਉਹਨਾਂ ਦਾ ਜਿਹੜਾ ਪਿਸਟਲ ਸੀਗਾ, ਉਹਨਾਂ ਦਾ ਮੈਗਜ਼ੀਨ ਲੰਬਾਈ ਦੇ ਵਿੱਚ ਬਾਹਰ ਆਇਆ ਹੋਇਆ ਸੀ। ਇਹਦਾ ਥੋੜਾ ਡਿਫਾਈਨ ਕਰੋ। ਸਟੈਮ ਤਾਂ ਬਾਈ ਜੀ ਇੱਕ ਬੱਟ ਨੂੰ ਕਹਿ ਦਿੰਦੇ, ਜਿਹੜੇ 12 ਬੋਰ ਦੇ ਪਿੱਛੇ ਉਹ ਬੱਟ ਨਹੀਂ ਹੁੰਦਾ ਹੈਗਾ, ਉਹਨੂੰ ਸਟੈਮ ਕਹਿ ਦਿੰਦੇ ਆ। ਜ਼ਿਆਦਾਤਰ ਜਿਹੜੀਆਂ ਰਾਈਫਲਸ ਦੇ ਬੱਟ ਬੁੱਟ ਇਹਨਾਂ ਦੇ ਟੁੱਟ ਜਾਂਦੇ ਨੇ, ਉਹ ਇੱਕ ਲੱਕੜ ਦਾ ਪੀਸ ਆ, ਕੋਈ ਉਹ ਕੰਟਰੋਲਡ ਆਈਟਮ ਨਹੀਂ ਆ। ਓਕੇ, ਤੇ ਦੂਜਾ ਕੁਐਸਚਨ ਕੀ ਸੀ? ਦੂਜਾ ਉਹਨਾਂ ਦਾ, ਜਦੋਂ ਅਸੀਂ ਪਿਸਟਲ ਦੇਖਦੇ ਹਾਂ 45 ਬੋਰ ਦਾ, ਉਹਨਾਂ ਦਾ ਪਿਸਟਲ ਆਮ ਤੌਰ ਤੇ ਦੇਖੀਏ ਤਾਂ ਵੈਲ ਮੇਨਟੇਨ ਹੁੰਦਾ, ਮੈਗਜ਼ੀਨ ਅੰਦਰ ਨੂੰ ਹੁੰਦਾ, ਲੇਕਿਨ ਜਦੋਂ ਉਹਨਾਂ ਦਾ ਪਿਸਟਲ ਦੇਖਦੇ ਆ, ਉਹਨਾਂ ਦੀ ਮੈਗਜ਼ੀਨ ਵਾਲੀ ਸਾਈਡ ਤੋਂ ਕੁਝ ਲੰਬਾਈ ਦੇ ਵਿੱਚ ਚੀਜ਼ ਬਾਹਰ ਨਿਕਲਦੀ, ਉਹ ਕੀ ਚੀਜ਼ ਹੈ? ਉਹ ਐਕਸਟਰਾ ਬੁਲੇਟਸ ਨੇ, ਕੀ ਨੇ ਉਹ? ਮੈਂ ਦੇਖਿਆ ਨਹੀਂ ਆ, ਪਰ ਮੈਨੂੰ ਇਹ ਲੱਗਿਆ ਕਿ ਜਦ ਉਹਨਾਂ ਦਾ ਪਿਸਟਲ ਪੁਲਿਸ ਨੇ ਫੜਿਆ ਮੌਕੇ ਤੇ, ਤਾਂ ਉਹ ਪਿੱਛੇ ਕੌਕਡ ਸੀਗਾ। ਉਹ ਕੌਕਡ ਜਦ ਹੁੰਦਾ, ਜਦ ਤੁਸੀਂ ਸਾਰੇ ਰਾਉਂਡਸ ਫਾਇਰ ਕਰਤੇ, ਮੈਗਜ਼ੀਨ ਖਾਲੀ ਹੋ ਗਈ, ਜਿਹੜੀ ਸਲਾਈਡ ਆ ਉਹ ਪਿੱਛੇ ਲੌਕ ਹੋ ਜਾਂਦੀ ਆ।
ਹੁਣ ਮੈਨੂੰ ਮੈਗਜ਼ੀਨ ਦਾ ਆਈਡੀਆ ਨਹੀਂ, ਅਗਰ ਕੋਈ ਹੋਰ ਪਿਕਚਰ ਜਾਂ ਤੁਹਾਡੇ ਕੋਲ ਵੀਡੀਓ ਹੈਗੀ ਆ ਤਾਂ ਮੈਂ ਤੁਹਾਨੂੰ ਦੇਖ ਕੇ ਦੱਸ ਸਕਦਾ। ਜਿਹੜੇ ਜਿੰਨੇ ਤੱਕ ਮੈਂ ਵੀਡੀਓਜ਼ ਦੇਖੀਆਂ ਨੇ ਮੀਡੀਆ ਦੇ ਥਰੂ, ਉਹ ਇਹੀ ਲੱਗ ਰਿਹਾ ਸੀ ਕਿ ਮੂਸੇਵਾਲਾ ਸਾਹਿਬ ਨੇ ਜਿੰਨੇ ਵੀ ਰਾਉਂਡ ਸੀ ਫਾਇਰ ਕਰਤੇ ਨੇ ਤੇ ਉਹਨਾਂ ਦੀ ਸਲਾਈਡ ਲੌਕ ਹੋ ਗਈ ਆ ਪਿੱਛੇ। ਕੋਈ ਵੀ ਪਿਸਟਲ ਜਦ ਤੁਸੀਂ ਫਾਇਰ ਕਰਦੇ ਹੋ, ਜਦੋਂ ਖਾਲੀ ਹੋ ਜਾਂਦਾ ਸਲਾਈਡ ਪਿੱਛੇ ਲੌਕ ਹੋ ਜਾਂਦੀ ਆ। ਅੱਛਾ ਮਾਨ ਸਾਹਿਬ, ਇੱਕ ਚੀਜ਼ ਹੋਰ ਦੱਸੋ ਕਿ ਇੱਕ ਤਾਂ ਇਹ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਰਿਗਾਰਡਿੰਗ ਦਿਸ ਬੋਡੀ ਆਰਮਰ ਥਿੰਗ, ਹੋਰ ਕਦੋਂ ਕਦੋਂ ਗੱਲ ਹੋਈ ਔਰ ਕੁਝ ਇਹੋ ਜਿਹੀ ਜਾਣਕਾਰੀ, ਕੋਈ ਇੰਟਰਸਟਿੰਗ ਕੋਈ ਇਹੋ ਜਿਹੀ ਚੀਜ਼ ਹੋਵੇ ਦੱਸਣ ਨੂੰ ਕਿ ਹਥਿਆਰਾਂ ਦੇ ਰਿਲੇਟਿਡ? ਕਿਉਂਕਿ ਅਸੀਂ ਸਿੱਧੂ ਨੂੰ ਜਦੋਂ ਤੋਲਦੇ ਹਾਂ ਨਾ, ਅਸੀਂ ਕਹਿੰਦੇ ਉਹ ਸਿਰਫ ਹਥਿਆਰਾਂ ਦੀ ਗੱਲ ਕਰਦਾ ਸੀਗਾ, ਲੇਕਿਨ ਹੁਣ ਜਦੋਂ ਲੋਕ ਉਹਦੇ ਗੀਤ ਸੁਣਦੇ ਪਏ ਆ ਤਾਂ ਉਹਨਾਂ ਨੂੰ ਸਮਝ ਆ ਰਹੀ ਕਿ ਸਿਰਫ ਗੀਤਾਂ ਦੇ ਵਿੱਚ ਹਥਿਆਰਾਂ ਦੀ ਗੱਲ ਨਹੀਂ ਹੁੰਦੀ ਸੀ, ਬਹੁਤ ਸਾਰੀਆਂ ਗੱਲਾਂ ਹਥਿਆਰਾਂ ਤੋਂ ਅੱਗੇ ਵੱਧ ਕੇ ਇੱਕ ਸੋਚ ਵੀ ਸੀ। ਔਰ ਹੁਣ ਨਵਾਂ ਗੀਤ ਜਦੋਂ ਆਏਗਾ ਉਹਦੇ ਨਾਲ ਬਹੁਤ ਸਾਰੇ ਭਰਮ ਜਿਹੜੇ ਹੈਗੇ ਨੇ ਲੋਕਾਂ ਦੇ ਦੂਰ ਹੋ ਜਾਣਗੇ। ਤੁਹਾਡੇ ਨਾਲ ਜਦੋਂ ਗੱਲਬਾਤ ਹੁੰਦੀ ਰਹੀ ਹੈ ਹਥਿਆਰਾਂ ਦੇ ਰਿਲੇਟਿਡ ਜਾਂ ਹੋਰ ਕੋਈ ਇੰਟਰਸਟਿੰਗ ਕੋਈ ਗੱਲਬਾਤ ਤੁਹਾਡੀ ਆਪਸ ਦੇ ਵਿੱਚ ਹੋਈ ਹੋਵੇ? ਦੇਖੋ ਜੀ, ਹਥਿਆਰਾਂ ਦਾ ਸ਼ੌਂਕ ਹੋਣਾ ਕੋਈ ਗਲਤ ਗੱਲ ਨਹੀਂ ਆ। ਸਾਡੀ ਜ਼ਿਆਦਾਤਰ ਹਥਿਆਰਾਂ ਦੀ ਹੀ ਗੱਲ ਹੁੰਦੀ ਸੀਗੀ। ਅਗਰ ਮੈਂ ਉਹਨਾਂ ਨੂੰ ਕਦੇ ਕੋਈ ਵੀਡੀਓ ਭੇਜ ਦਿੰਦਾ ਤੇ ਉਹ ਮੈਨੂੰ ਮੂਹਰੇ ਸਵਾਲ ਪੁੱਛ ਲੈਂਦੇ ਸੀ, ਉਹ ਦੱਸ ਦਿੰਦੇ ਸੀ, ਜਾਂ ਉਹਨਾਂ ਨੂੰ ਕੋਈ ਗੱਲ ਵਧੀਆ ਲੱਗਦੀ ਮੈਨੂੰ ਵੀਡੀਓ ਭੇਜ ਦਿੰਦੇ ਸੀਗੇ ਵੀ ਆਹ ਕਿਹੜਾ ਹਥਿਆਰ ਆ। ਮਤਲਬ ਜਿਸ ਬੰਦੇ ਨੂੰ ਹਥਿਆਰ ਦਾ ਸ਼ੌਂਕ ਆ ਨਾ, ਉਹ ਜਾਣਨਾ ਚਾਹੇਗਾ, ਹਥਿਆਰ ਬਾਰੇ ਸਟੱਡੀ ਕਰਨਾ ਚਾਹੇ। ਇਹ ਕੋਈ ਕੋਈ ਗਲਤ ਗੱਲ ਨਹੀਂ ਆ। ਮਤਲਬ ਯੂਐਸ ਵਿੱਚ ਤਾਂ ਨਾਰਮਲ ਆ, ਜਿਵੇਂ ਹੁਣ ਬੰਦੇ ਨੂੰ ਗੱਡੀਆਂ ਦਾ ਸ਼ੌਂਕ, ਉਹ ਗੱਡੀਆਂ ਬਾਰੇ ਸੋਚੇਗਾ। ਮੂਸੇਵਾਲਾ ਸਾਹਿਬ ਨੂੰ ਬੜਾ ਹਥਿਆਰਾਂ ਦਾ ਸ਼ੌਂਕ ਸੀ ਤੇ ਮੇਰੀ ਜ਼ਿਆਦਾਤਰ ਉਹਨਾਂ ਨੇ ਹਥਿਆਰਾਂ ਵਾਲੇ ਹੀ ਗੱਲ ਹੁੰਦੀ ਸੀ। ਤੁਸੀਂ ਜਿਸ ਤਰੀਕੇ ਨਾਲ ਕਹਿ ਰਹੇ ਹੋ ਹਥਿਆਰਾਂ ਬਾਰੇ ਗੱਲ ਹੁੰਦੀ ਸੀ ਔਰ ਉਹਨਾਂ ਨੂੰ ਹਥਿਆਰਾਂ ਦਾ ਸ਼ੌਂਕ ਸੀ, ਤੁਸੀਂ ਕਦੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਓਗੇ ਤਾਂ ਤੁਹਾਨੂੰ ਮੈਂ ਕੋਈ ਚੀਜ਼ ਖਾਸ ਤੌਰ ਤੇ ਦਊਂਗਾ, ਜਾਂ ਮੈਂ ਮੈਨੂਫੈਕਚਰ ਜੋ ਕੀਤੀ ਹੈ ਜੋ ਤੁਸੀਂ ਲੈ ਕੇ ਜਾ ਸਕੋ, ਜੋ ਇੰਡੀਆ ਦੇ ਵਿੱਚ ਵੀ ਇਲੀਗਲ ਨਹੀਂ ਹੈਗੀ ਹੈ? ਤੁਸੀਂ ਕੁਝ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਇਸ ਰਿਲੇਟਿਡ? ਦੇਖੋ ਜੀ, ਪਹਿਲਾਂ ਤਾਂ ਅਮਰੀਕਾ ਤੋਂ ਕੋਈ ਹਥਿਆਰ ਲਿਜਾ ਹੀ ਨਹੀਂ ਸਕਦੇ, ਜਿਹੜੇ ਰੂਲਸ ਨੇ। ਵੈਸੇ ਮੈਂ ਉਹਨਾਂ ਨੂੰ ਹਾਸੇ ਮਜ਼ਾਕ ਚ ਕਹਿੰਦਾ ਰਹਿੰਦਾ ਸੀ ਵੀ ਤੁਸੀਂ ਆਇਓ ਇੱਥੇ। ਉਹਨਾਂ ਨੂੰ ਇੱਕ ਗਨ ਬੜੀ ਪਸੰਦ ਸੀ, ਉਹਨਾਂ ਨੇ ਮੈਨੂੰ ਇੱਕ ਵੀਡੀਓ ਭੇਜੀ, ਉਹ ਇਜ਼ਰਾਈਲ ਦੀ ਬਣੀ ਹੋਈ ਆ, ਉਹਦਾ ਨਾਮ ਆ ਗਲਿਲ ARM, ਤੇ ਉਹ ਕੁਝ ਅੱਛਾ 60 ਕਰਨਾ। ਤੇ ਸਾਡੇ ਕੋਲ ਉਹ ਸਟਾਕ ਦੇ ਵਿੱਚ ਬ੍ਰਾਂਡ ਨਿਊ ਪਈ ਆ, ਬ੍ਰਾਂਡ ਨਿਊ ਰੈਪ ਦੇ ਵਿੱਚ। ਜਿਸ ਬੰਦੇ ਤੋਂ ਮੈਂ ਖਰੀਦੀ ਸੀ ਉਹਨੇ 60 ਸਾਲ ਹੋ ਗਏ ਉਹ ਖੋਲੀ ਨਹੀਂ। ਤਾਂ ਮੈਂ ਮੂਸੇਵਾਲਾ ਸਾਹਿਬ ਨੂੰ ਹੱਸਦਾ ਹੁੰਦਾ ਸੀ ਵੀ ਜਦ ਤੁਸੀਂ ਆਓਗੇ, ਜਿਵੇਂ ਲੋਕ ਰੀਬਨ ਕਟਾਉਂਦੇ ਆ, ਆਪਾਂ ਇਹ ਕਟਾ ਕੇ ਇਹ ਗਨ ਫਾਇਰ ਕਰਾਂਗੇ। ਅੱਛਾ, ਔਰ ਇਜ਼ਰਾਈਲੀ ਮੇਡ ਹੈ ਉਹ ਗਨ? ਬਿਲਕੁਲ ਜੀ, ਉਹਨਾਂ ਨੇ ਮੈਨੂੰ ਇੱਕ ਵੀਡੀਓ ਭੇਜੀ ਸੀਗੀ ਗਨ ਦੀ, ਤਾਂ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਸਾਡੇ ਕੋਲ ਹੈਗੀ ਇਨਵੈਂਟੋਰੀ ਚ। ਵੈਸੇ ਮੈਂ ਬਾਰ-ਬਾਰ ਵਿਊਅਰਸ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਇਹ ਯੂਐਸ ਦੇ ਵਿੱਚ ਹਥਿਆਰ ਇੱਕ ਨਾਰਮਲ ਗੱਲ ਆ, ਤੇ ਇੰਡੀਆ ਦੇ ਵਿੱਚ ਆਪਣੇ ਹਥਿਆਰਾਂ ਨੂੰ ਵਧਾ ਚੜਾ ਕੇ ਨੈਗੇਟਿਵ ਦਿਖਾਇਆ ਜਾਂਦਾ ਹਮੇਸ਼ਾ। ਅੱਛਾ, ਇੱਕ ਚੀਜ਼ ਦੱਸੋ, ਜਿਹੜੀ ਤੁਸੀਂ ਇਜ਼ਰਾਈਲੀ ਗਨ ਬਾਰੇ ਜ਼ਿਕਰ ਕਰ ਰਹੇ ਹੋ, ਇਹਦੇ 'ਚ ਇਹੋ ਜਿਹਾ ਖਾਸ ਕੀ ਸੀਗਾ, ਜਾਂ ਉਹਨਾਂ ਦਾ ਇੰਟਰਸਟ ਇਸ ਗਨ ਦੇ ਵਿੱਚ ਇੰਨਾ ਕਿਉਂ ਹੋ ਗਿਆ ਕਿ ਤੁਸੀਂ ਇੱਕ ਮੰਗਵਾਈ ਵੀ ਤੇ ਉਹਦੀ ਤੁਸੀਂ ਕਿਹਾ ਕਿ ਜਦੋਂ ਤੁਸੀਂ ਆਓਗੇ ਤੇ ਇਹਦੀ ਰਿਬਨ ਕਟਾਈ ਜਿਹੜੀ ਹੋਏਗੀ ਤੁਹਾਡੇ ਹੱਥੋਂ ਕਰਾਵਾਂਗੇ? 60 ਸਾਲ ਪੁਰਾਣੀ ਹੈ ਉਹ। ਮੈਂ ਉਹਨਾਂ ਲਈ ਸਪੈਸ਼ਲ ਨਹੀਂ ਮੰਗਵਾਈ, ਜਿਹੜੀ ਉਹਨਾਂ ਨੇ ਮੈਨੂੰ ਵੀਡੀਓ ਭੇਜੀ ਸੀ, ਕੁਦਰਤੀ ਸਾਡੇ ਕੋਲ ਉਹ ਗਨ ਸਟਾਕ ਦੇ ਵਿੱਚ ਸੀਗੀ। ਇਹ ਗਨ ਦੀ ਖਾਸੀਅਤ ਇਹ ਹੈ ਕਿ ਤੁਸੀਂ ਬੋਤਲ ਖੋਲ ਸਕਦੇ ਹੋ ਇਹਦੇ ਨਾਲ, ਕੋਈ ਵੀ, ਜਿਵੇਂ ਕੋਕ ਦੀ, ਬੀਅਰ ਦੀ। ਤਾਂ ਇਹਦੇ 'ਚ ਹੋਰ ਬੜੀਆਂ ਚੀਜ਼ਾਂ ਨੇ। ਇੱਕ ਹੱਥ ਨਾਲ ਬੰਦਾ ਚਲਾ ਰਿਹਾ, ਉਹ ਮੈਨੂੰ ਜਿਹੜੀ ਵੀਡੀਓ ਦਿਖਾ ਰਹੇ ਸੀ ਉਹਦੇ ਵਿੱਚ ਇੱਕ ਬੰਦਾ ਇੱਕ ਹੱਥ ਨਾਲ ਚਲਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹ ਬੀਅਰ ਦੀ ਬੋਤਲ ਖੋਲਦਾ। ਅੱਛਾ, ਉਹ ਉਹਨਾਂ ਨੂੰ ਉਹ ਚੀਜ਼ ਜਿਹੜੀ ਸੀਗੀ ਉਹਦੇ ਨਾਲ ਉਹਨਾਂ ਦਾ ਇੱਕ ਡੈਸਪਰੇਸ਼ਨ ਜਾਂ ਕਿਉਰਿਓਸਿਟੀ ਕਹਿ ਲਓ ਕਿ ਉਸ ਚੀਜ਼ ਨੂੰ ਲੈ ਕੇ ਵਧੀ। ਹਾਂ ਬਿਲਕੁਲ ਜੀ ਬਿਲਕੁਲ, ਬੀਅਰ ਦੀ ਬੋਤਲ ਨਾਲ ਨਹੀਂ, ਗਨ ਨਾਲ ਸੀ। ਮੈਨੂੰ ਇੱਕ ਚੀਜ਼ ਦੱਸੋ ਕਿ ਤੁਸੀਂ ਇੱਕ ਚੀਜ਼ ਦਾ ਜ਼ਿਕਰ ਕੀਤਾ ਕਿ ਯੂਐਸ ਦੇ ਵਿੱਚ ਹਥਿਆਰ ਜੋ ਹੈਗੇ ਆ ਉਹ ਇੱਕ ਨਾਰਮਲ ਚੀਜ਼ ਹੈ, ਔਰ ਇੰਡੀਆ ਦੇ ਵਿੱਚ ਜਦੋਂ ਹਥਿਆਰਾਂ ਦੀ ਗੱਲ ਹੁੰਦੀ ਹੈ ਤਾਂ ਅਲੱਗ-ਅਲੱਗ ਤਬਕੇ ਹੈ, ਕੋਈ ਇੰਟੈਲੈਕਚੁਅਲ ਲੈਵਲ ਆਪਣਾ ਸ਼ੋਅ ਕਰਨ ਦੇ ਲਈ ਕਹਿ ਦਿੰਦਾ ਕਿ ਨਹੀਂ ਜੀ ਹਥਿਆਰਾਂ ਦੀ ਗੱਲ ਨਹੀਂ ਹੋਣੀ ਚਾਹੀਦੀ, ਹਥਿਆਰ ਰੱਖਣੇ ਨਹੀਂ ਚਾਹੀਦੇ, ਇਹਦੇ ਨਾਲ ਗੈਂਗਸਟਰ ਜਿਹੜੇ ਹੈਗੇ ਉਹ ਪੈਦਾ ਹੁੰਦੇ ਆ, 100 ਤਰੀਕੇ ਦੀਆਂ ਗੱਲਾਂ। ਔਰ ਤੁਸੀਂ ਇੱਕ ਚੀਜ਼ ਆਪਣੀ ਹੁਣ ਜੋ ਆਪਾਂ ਗੱਲਬਾਤ ਕਰ ਰਹੇ ਉਹਦੇ 'ਚ ਕਿਹਾ ਕਿ ਜਦੋਂ ਤੁਸੀਂ ਹਥਿਆਰਾਂ 'ਚੋਂ ਚਲਦੀਆਂ ਗੋਲੀਆਂ ਦੀਆਂ ਆਵਾਜ਼ਾਂ ਸੁਣਦੇ ਹੋ ਤੁਸੀਂ ਰਿਲੈਕਸ ਫੀਲ ਕਰਦੇ ਹੋ। ਇਹ ਕੀ ਹੈ? ਇਹਨੂੰ ਸਮਝਾਓ ਥੋੜਾ। ਦੇਖੋ ਜੀ, ਕਲਚਰ ਦਾ ਫਰਕ ਆ। ਮੈਂ ਪਰਸਨਲੀ ਹਥਿਆਰਾਂ ਵਿੱਚ ਬਹੁਤ ਬਲੀਵ ਕਰਦਾ, ਕਿਉਂਕਿ ਮੇਰੀ ਸੋਚ ਇਹ ਆ ਕਿ ਮੌਕੇ ਵਾਰਦਾਤ ਤੇ ਤੁਸੀਂ ਆਪਣੀ ਹਿਫਾਜ਼ਤ ਆਪ ਕਰ ਸਕਦੇ ਹੋ। ਪੁਲਿਸ ਆ, ਉਹਨੂੰ ਰਿਸਪੌਂਡਰ ਕਹਿੰਦੇ ਆ। ਅਗਰ ਕੋਈ ਵਾਰਦਾਤ ਹੋ ਜਾਂਦੀ, ਆਪਾਂ ਪੁਲਿਸ ਨੂੰ ਕਾਲ ਕਰਦੇ ਆ, ਪੁਲਿਸ ਵਾਰਦਾਤ ਤੋਂ ਬਾਅਦ ਆਉਂਦੀ ਆ, ਨਾ ਕਿ ਪਹਿਲਾਂ ਆ ਕੇ ਪ੍ਰੀਵੈਂਟ ਕਰਦੀ ਆ। ਤਾਂ ਇਸ ਕਰਕੇ ਅਮਰੀਕਾ ਦੇ ਕਲਚਰ ਦੇ ਵਿੱਚ ਤੁਸੀਂ ਇਹ ਲਾ ਲਓ ਕਿ ਲੋਕ ਉਰੇ ਇਹ ਕਹਿੰਦੇ ਨੇ ਵੀ ਇਹ ਗੋਡ ਗਿਵਨ ਰਾਈਟ ਆ। ਬਹੁਤ ਲੋਕ ਨੇ ਜੋ ਨਹੀਂ ਹਥਿਆਰ ਪਸੰਦ ਕਰਦੇ, ਪਰ ਮੇਰੀ ਉਹਨਾਂ ਨੂੰ ਇੱਕੇ ਗੱਲ ਆ ਕਿ ਨਾ ਕਰੋ। ਅਗਰ ਤੁਸੀਂ ਹਥਿਆਰ ਨਹੀਂ ਰੱਖਦੇ, ਹਾਈ ਚਾਂਸ ਆ ਕਿ ਤੁਸੀਂ ਵਿਕਟਮ ਬਣੋਗੇ। ਜਿੱਦਣ ਤੁਹਾਡੇ ਨਾਲ ਕੋਈ ਗੱਲ ਹੋ ਗਈ, ਫਿਰ ਸਰਕਾਰ ਨੂੰ ਬਲੇਮ ਨਾ ਕਰਿਓ, ਫਿਰ ਪੁਲਿਸ ਨੂੰ ਬਲੇਮ ਨਾ ਕਰਿਓ। ਮਾਨ ਸਾਹਿਬ, ਇੱਕ ਚੀਜ਼ ਦੱਸੋ,
29 ਤਰੀਕ ਨੂੰ ਸ਼ਰੇਆਮ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ, ਉਹ ਤੋਂ ਪਹਿਲਾਂ ਕੁਝ ਵਕਤ ਪਹਿਲਾਂ ਕੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਦੇ ਨਾਲ ਜਾਂ ਕੋਈ ਰਾਬਤਾ ਹੋਇਆ? ਮੇਰੀ ਜੀ ਉਹਨਾਂ ਨਾਲ 1.5 ਮਹੀਨਾ ਪਹਿਲਾਂ ਗੱਲ ਹੋਈ ਸੀਗੀ, ਕਿਉਂਕਿ ਮੈਂ ਵੀ ਆਪਣੇ ਕੰਮ 'ਚ ਬਿਜ਼ੀ ਹਾਂ। ਕਦੇ-ਕਦੇ ਮੈਂ ਉਹਨਾਂ ਨੂੰ ਮੈਸੇਜ ਕਰ ਦਿੰਦਾ, ਮੁੜ ਕੇ ਉਹ ਮੈਨੂੰ ਰਿਪਲਾਈ ਕਰ ਦਿੰਦੇ ਆ। ਔਰ ਉਸ ਗੱਲਬਾਤ ਦੌਰਾਨ ਵੀ ਮਤਲਬ ਕਿ ਇਹੀ ਹਥਿਆਰਾਂ ਰਿਲੇਟਡ ਗੱਲ ਹੋਈ? ਨਹੀਂ, ਉਹ ਕੋਈ ਨਾਰਮਲ ਗੱਲ ਸੀ। ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਵੀ ਕਦ ਆ ਰਹੇ ਹੋ ਤੁਸੀਂ, ਤੇ ਕੁਝ ਮੇਰੇ ਦੋਸਤ ਇੰਡੀਆ ਗਏ ਹੋਏ ਸੀ। ਮੈਂ ਉਹਨਾਂ ਨੂੰ ਗੱਲ ਕੀਤੀ ਕਿ ਉਹ ਤੁਹਾਨੂੰ ਮਿਲਣਾ ਚਾਹੁੰਦੇ ਹੋ, ਕਹਿੰਦੇ ਕੋਈ ਨਹੀਂ ਦੱਸ ਦਿਓ, ਤੇ ਜਦ ਵੀ ਉਹਨਾਂ ਨੇ ਮਿਲਣਾ, ਬਸ ਇਸ ਟੌਪਿਕ ਤੇ ਗੱਲ ਹੋਈ ਸੀ। ਅੱਛਾ, ਇੱਕ ਤਾਂ ਇਹ ਹੋ ਗਿਆ। ਮਾਨ ਸਾਹਿਬ, ਦੂਜੀ ਚੀਜ਼ ਇਹ ਦੱਸੋ ਕਿ ਸਿੱਧੂ ਮੂਸੇਵਾਲਾ ਤੋਂ ਅਲੱਗ ਹੋਰ ਵੀ ਹੈਗੇ ਨੇ ਸਾਡੇ, ਮੈਂ ਨਾਮ ਨਹੀਂ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ, ਸਾਡੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਲੋਕ ਹੈਗੇ ਨੇ ਜੋ ਮਤਲਬ ਕਿ ਤੁਹਾਡੇ ਨਾਲ ਇਨ ਕੰਟੈਕਟ ਹੈਗੇ ਆ ਹਥਿਆਰਾਂ ਨੂੰ ਲੈ ਕੇ? ਬਿਲਕੁਲ ਨਹੀਂ ਜੀ, ਮੈਨੂੰ ਕੋਈ ਸ਼ੌਂਕ ਨਹੀਂ ਹੈ ਕਿਸੇ ਸਿੰਗਰ ਨੂੰ ਜਾਂ ਐਕਟਰ ਨੂੰ ਮਿਲਣ ਦਾ। ਮੂਸੇਵਾਲਾ ਸਾਹਿਬ ਦੇ ਜੋ ਗਾਣੇ ਸੀਗੇ ਮੈਨੂੰ ਪਰਸਨਲੀ ਬਹੁਤ ਪਸੰਦ ਸੀਗੇ, ਤੇ ਮੂਸੇਵਾਲਾ ਸਾਹਿਬ ਦਾ ਜੋ ਇੱਕ ਰੁਤਬਾ ਹੈ, ਮਤਲਬ ਉਹ ਉਹਨਾਂ ਨੂੰ ਹਥਿਆਰ ਪਸੰਦ ਸੀ, ਉਹ ਹਥਿਆਰਾਂ ਵਾਲੇ ਗਾਣੇ ਗਾਉਂਦੇ ਸੀ, ਤਾਂ ਕਰਕੇ ਇੱਕ ਸਾਡਾ ਕਾਮਨ ਇੰਟਰਸਟ ਸੀਗਾ। ਤੁਸੀਂ ਹਥਿਆਰਾਂ ਦੀ ਗੱਲ ਉਸ ਬੰਦੇ ਨਾਲ ਹੀ ਕਰੋਗੇ ਨਾ ਜਿਹਨੂੰ ਅੱਗਿਓਂ ਹਥਿਆਰ ਪਸੰਦ ਹੋਣਗੇ। ਹੁਣ ਜਿਹਨੂੰ ਪਸੰਦ ਨਹੀਂ ਉਹਦੇ ਨਾਲ ਕੀ ਗੱਲਾਂ ਕਰਨੀਆਂ ਨੇ। ਤੁਹਾਡੀ ਜਦੋਂ ਗੱਲਬਾਤ ਹੋਈ ਉਹਨਾਂ ਨਾਲ, ਮੂਸੇਵਾਲਾ ਸਾਹਿਬ ਨਾਲ ਹਥਿਆਰਾਂ ਦੇ ਰਿਲੇਟਡ ਜਦੋਂ ਤੁਹਾਡੀ ਗੱਲਬਾਤ ਹੁੰਦੀ ਸੀਗੀ, ਮੇਰਾ ਆਖਰੀ ਸਵਾਲ ਹੈ, ਉਹਨਾਂ ਦੀ ਸੋਚ ਮੈਂ ਡਿਪਿਕਟ ਕਰਨਾ ਚਾਹੁੰਦਾ ਤੁਹਾਡੇ ਜਵਾਬ ਦੇ ਨਾਲ, ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਕਿ ਉਹ ਹਥਿਆਰਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਸੋਚਦੇ ਸੀ। ਇੱਕ ਤਾਂ ਹੁੰਦਾ ਹਥਿਆਰ ਰੱਖਣ ਵਾਲਾ ਜਿਹੜਾ ਸ਼ਖਸ ਹੁੰਦਾ, ਉਹ ਲੋਕਾਂ ਨੂੰ ਨੁਕਸਾਨ ਪਹੁੰਚਾਵੇ, ਇੱਕ ਹੁੰਦਾ ਆਪਣੀ ਹਿਫਾਜ਼ਤ ਦੇ ਲਈ। ਲੇਕਿਨ ਉਹਨਾਂ ਦੇ ਨਾਲ ਜਦੋਂ ਤੁਹਾਡਾ ਰਾਬਤਾ ਹੁੰਦਾ ਸੀਗਾ, ਤੁਹਾਡਾ ਆਪਣਾ ਪਰਸਨਲ ਜਿਹੜਾ ਰਿਲੈਕਸੇਸ਼ਨ ਮੋਡ ਹੁੰਦੀ ਸੀਗੀ, ਜਦੋਂ ਤੁਸੀਂ ਆਪਣੇ ਆਪ ਦੋਵੇਂ ਗੱਲ ਕਰਦੇ ਸੀ, ਉਹ ਰਿਲੈਕਸੇਸ਼ਨ ਮੋਡ ਦੇ ਵਿੱਚ ਕੀ ਹੁੰਦਾ ਸੀ? ਅਸੀਂ ਦੇਖੋ ਕੋਈ ਐਸੀ ਇਸ ਟੌਪਿਕ ਤੇ ਕਦੇ ਗੱਲ ਨਹੀਂ ਕੀਤੀ ਹੈਗੀ ਕਿ ਹਥਿਆਰ ਕਿਉਂ ਰੱਖਣਾ। ਅਸੀਂ ਤਾਂ ਨਾਰਮਲ ਗੱਲਾਂ ਕਰਦੇ ਸੀ, ਜਿਵੇਂ ਹੁਣ ਕੋਈ ਅਸੀਂ ਲੇਟੈਸਟ ਵੈਪਨ ਮੈਨੂਫੈਕਚਰ ਕਰਨਾ, ਮੈਂ ਉਹਨਾਂ ਨੂੰ ਕਦੇ ਫੋਟੋ ਵੀਡੀਓ ਭੇਜ ਦੇਣੀ, ਤਾਂ ਉਹਨਾਂ ਨੇ ਮੂਹਰੇ ਉਹ ਸਵਾਲ ਪੁੱਛ ਲੈਣਾ। ਸਿਰਫ ਇੰਨੇ ਕੁ ਮੁੱਦੇ ਤੇ ਗੱਲ ਹੁੰਦੀ ਸੀਗੀ। ਕਦੇ ਮੈਂ ਡਿਟੇਲ ਦੇ ਵਿੱਚ ਅਸੀਂ ਆਪਸ 'ਚ ਇਹ ਗੱਲ ਨਹੀਂ ਕੀਤੀ ਕਿ ਹਥਿਆਰ ਕਿਉਂ ਰੱਖਣਾ ਚਾਹੀਦਾ, ਕਿਉਂ ਨਹੀਂ, ਕਿਉਂਕਿ ਪਤਾ ਹੀ ਆ ਉਹਨਾਂ ਨੂੰ ਹਥਿਆਰ ਪਸੰਦ ਸੀਗੇ, ਤਾਂ ਹੀ ਹਥਿਆਰ ਉਹ ਰੱਖੇਗਾ ਜਿਹਨੂੰ ਹਥਿਆਰ ਪਸੰਦ ਆ, ਜਿਹਨੂੰ ਹਥਿਆਰ ਦੀ ਸਮਝ ਆ, ਜਿਹਨੂੰ ਹਥਿਆਰ ਦੀ ਨੌਲੇਜ ਆ। ਮੇਰੇ ਹਿਸਾਬ ਨਾਲ ਮੂਸੇਵਾਲਾ ਸਾਹਿਬ ਨੂੰ ਹਥਿਆਰ ਦੀ ਨੌਲੇਜ ਸੀ, ਤੇ ਉਹ ਹਥਿਆਰ ਨੂੰ ਮਤਲਬ ਜਿਹੜਾ ਬੰਦਾ ਹਥਿਆਰ ਰੱਖਦਾ ਉਹਨੂੰ ਹਥਿਆਰ ਦੀ ਇੱਜ਼ਤ ਵੀ ਕਰਨੀ ਆਉਣੀ ਚਾਹੀਦੀ ਹੈ। ਹਥਿਆਰ ਕੋਈ ਫੁਕਰਗਰਦੀ ਲਈ ਨਹੀਂ ਆ। ਉਹ ਸਾਹਿਬ, ਇੱਕ ਚੀਜ਼ ਦੱਸੋ, ਤੁਸੀਂ ਹਥਿਆਰਾਂ ਬਾਰੇ ਗੱਲ ਕਰ ਰਹੇ ਹੋ, ਮੈਂ ਵੀ ਕਿਤੇ ਨਾ ਕਿਤੇ ਇਹ ਚੀਜ਼ ਸਹੀ ਸਮਝਦਾ, ਤੁਹਾਡਾ ਵੈਲਿਡ ਹੈ ਪੁਆਇੰਟ ਕਿ ਹਾਂ, ਮੌਕੇ ਤੇ ਕਿਸੇ ਨੇ ਨਹੀਂ ਆਉਣਾ, ਉੱਥੇ ਆਪਣੀ ਆਤਮ ਰਕਸ਼ਾ ਆਦਮੀ ਨੂੰ ਆਪ ਹੀ ਕਰਨੀ ਪਏਗੀ, ਸੈਲਫ ਡਿਫੈਂਸ ਆਪ ਹੀ ਕਰਨਾ ਪਏਗਾ। ਲੇਕਿਨ ਜਦੋਂ ਅਸੀਂ ਮੂਸੇਵਾਲਾ ਸਾਹਿਬ ਦਾ ਕੇਸ ਦੇਖਦੇ ਹਾਂ, ਉਹ ਹਥਿਆਰਾਂ ਬਾਰੇ ਗੱਲ ਵੀ ਕਰਦੇ ਸੀਗੇ, ਉਹਨਾਂ ਕੋਲ 45 ਬੋਰ ਦਾ ਪਿਸਟਲ ਵੀ ਸੀਗਾ, ਔਰ ਅੱਗੋਂ ਦੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੋਕ ਪੈ ਗਏ, ਉੱਥੇ ਤਾਂ ਜਾਨ ਚਲੀ ਗਈ, ਉਹਨਾਂ ਦੇ ਹਥਿਆਰ ਵੀ ਮੌਕੇ ਤੇ ਕੰਮ ਨਹੀਂ ਆਏ। ਤੁਹਾਨੂੰ ਲੱਗਦਾ ਕਿ ਇਹ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਕਿਸ ਚੀਜ਼ ਨਾਲ ਕਾਊਂਟਰ ਕਰੋਗੇ? ਦੇਖੋ ਜੀ, ਗੱਲ ਇਹ ਆ, ਜਿਹੜਾ ਬੰਦਾ ਅਟੈਕ ਕਰਨਾ ਹੈ ਉਹ ਤੁਹਾਡੇ ਨਾਲੋਂ ਡਬਲ ਪ੍ਰਿਪੇਅਰ ਹੋ ਕੇ ਆਇਆ। ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਮੂਸੇਵਾਲਾ ਸਾਹਿਬ ਦੇ ਲੈਵਲ ਦੇ ਸਿੰਗਰ ਲਈ ਘੱਟੋ ਘੱਟ 8 ਤੋਂ 10 ਗਨਮੈਨ ਚਾਹੀਦੇ ਸੀ, ਮਿਨੀਮਮ ਪਾਇਲਟ ਚਾਹੀਦੀ ਸੀ। ਜਦ ਸਭ ਨੂੰ ਪਤਾ ਆਈਬੀ ਦੀ ਰਿਪੋਰਟ ਆ ਕਿ ਉਹਨਾਂ ਨੂੰ ਥ੍ਰੈਟ ਆ, ਤੁਸੀਂ ਇਹ ਆਡੀਓ ਕਲਿੱਪ ਤੋਂ ਵੀ ਦੇਖ ਸਕਦੇ ਹੋ, ਮੇਰੇ ਤੋਂ ਬੁਲਟ ਪ੍ਰੂਫ ਜੈਕਟ ਕਿਸ ਲਈ ਮੰਗ ਰਹੇ ਸੀ। ਉਹਨਾਂ ਨੇ ਕੋਈ ਸਜਾ ਕੇ ਥੋੜੀ ਰੱਖਣੀ ਸੀ, ਕੋਈ ਥ੍ਰੈਟ ਸੀ ਤਾਂ ਹੀ। ਤਾਂ ਇਹ ਦੇਖੋ, ਇਹ ਗੱਲ ਨਹੀਂ ਹੈ ਕਿ ਅਗਰ ਬੰਦਾ ਹਥਿਆਰ ਨਾ ਮਾਰੇਗਾ ਤੇ ਹਥਿਆਰ ਨਹੀਂ ਰੱਖਣੇ। ਤਿਆਰ ਬਰ ਤਿਆਰ ਦਾ ਕੀ ਮਤਲਬ ਆ, ਵੀ ਤੁਸੀਂ ਤਿਆਰ ਰਹੋ ਹਰ ਟਾਈਮ। ਤੇ ਮੇਰੇ ਹਿਸਾਬ ਨਾਲ ਇੱਕ ਤੁਸੀਂ ਜਦ 7 ਬੰਦਿਆਂ ਨੇ ਤੁਹਾਡੇ ਤੇ ਅਟੈਕ ਕਰਤਾ, 7 ਤੋਂ 8 ਤੋਂ ਇੱਕ ਬੰਦਾ ਕੀ ਕਰੇਗਾ? ਇਸ ਕਰਕੇ ਤੁਸੀਂ ਉਹਨਾਂ ਨਾਲੋਂ ਡਬਲ ਤਿਆਰ ਰਹੋ, ਹਰ ਸਮੇਂ ਤਿਆਰ ਰਹੋ। ਮੇਰੇ ਹਿਸਾਬ ਨਾਲ ਮੂਸੇਵਾਲਾ ਸਾਹਿਬ ਕੋ 7 ਤੋਂ 8 ਗਨਮੈਨ ਹੁੰਦੇ ਤਾਂ ਕੋਈ ਗੱਲ ਹੋਰ ਹੁੰਦੀ, ਤਾਂ ਅੱਜ ਮੂਸੇਵਾਲਾ ਸਾਹਿਬ ਜ਼ਿੰਦਾ ਹੁੰਦੇ। ਤੇ ਮੈਂ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਵੀ ਇੱਕ ਥੋੜੀ ਦਰਿਆ ਦਿਲੀ ਦਿਖਾਓ। ਕੀ ਤੁਸੀਂ 1000 ਬੰਦਾ ਜੇ ਵਾਪਸ ਲੈ ਵੀ ਲਓਗੇ ਤਾਂ ਕੀ ਖੱਟ ਲਿਆ? ਜਿਹੜੇ ਹੋਰ ਵੀ ਕਿਸੇ ਬੰਦੇ ਨੂੰ ਥ੍ਰੈਟ ਆ, ਤੁਸੀਂ ਉਹਨਾਂ ਨੂੰ ਸਿਕਿਉਰਿਟੀਆਂ ਦਿਓ। ਇੱਕ ਪਾਸੇ ਸਰਕਾਰ ਗੱਲ ਕਰਦੀ ਆ ਕਿ ਬਾਹਰੋਂ ਬੰਦੇ ਉਰੇ ਆ ਕੇ ਕੰਮ ਕਰਿਆ ਕਰਨਗੇ। ਜਿਹੜਾ ਐਡਾ ਬੜਾ ਸਟਾਰ ਨਹੀਂ ਤੁਸੀਂ ਸੇਫ ਰੱਖ ਸਕੇ, ਤਾਂ ਦੂਜੇ ਕਿਹਨੇ ਆਉਣਾ? ਹੁਣ ਤੁਸੀਂ ਐਨਆਰਆਈਜ਼ ਲਾ ਲਓ, ਹਰੇਕ ਬੰਦਾ ਡਰਿਆ ਪਿਆ ਕਿ ਇੱਕ ਐਡੇ ਲੈਵਲ ਦੇ ਸਟਾਰ ਨੂੰ ਦਿਨ ਦਿਹਾੜੇ ਮਾਰ ਦਿੱਤਾ ਗਿਆ। ਮੈਂ ਤਾਂ ਕਹਿੰਦਾ ਕਿ ਪੰਜਾਬ ਦਾ ਨਾਮ ਚੇਂਜ ਕਰਕੇ ਬਨਾਨਾ ਰਿਪਬਲਿਕ ਰੱਖ ਦੇਣਾ ਚਾਹੀਦਾ। ਉਰੇ ਕਾਲ ਆਫ ਡਿਊਟੀ ਦੀ ਫ੍ਰੀ ਫॉर ਆਲ ਮੋਡ ਗੇਮ ਚੱਲ ਰਹੀ ਆ। ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਆ। ਜਿਹੜੀ ਪੁਲਿਸ ਦੀ ਇੰਟੈਲੀਜੈਂਸ ਦੀ ਜ਼ਿੰਮੇਵਾਰੀ ਬਣਦੀ ਆ, ਉਹਨਾਂ ਦੇ ਤਾਂ ਆਪਦੇ ਦਫ਼ਤਰ ਤੇ ਕੋਈ ਰਾਕਟ ਮਾਰ ਗਿਆ। ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਕੁ ਸਰਕਾਰ ਦਾ ਕੰਟਰੋਲ ਆ। ਚੌਧਰੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਵਕਤ ਦਿੱਤਾ, ਔਰ ਤੁਸੀਂ ਵੀ ਉੱਥੇ ਤੁਹਾਡੀ ਬੜੀ ਬਿਜ਼ੀ ਸ਼ਡਿਊਲ ਰਹਿੰਦੀ ਹੈ, ਔਰ ਉਸ ਵੇਲੇ ਜਿਸ ਵਕਤ ਅਸੀਂ ਗੱਲ ਕਰ ਰਹੇ ਹਾਂ ਉੱਥੇ ਰਾਤ ਹੈ, ਦੇਰ ਰਾਤ ਹੋ ਚੁੱਕੀ ਹੋਈ ਹੈ।
ਬਹੁਤ ਬਹੁਤ ਸ਼ੁਕਰੀਆ ਵਕਤ ਦੇਣ ਦੇ ਲਈ, ਔਰ ਤੁਹਾਡੀਆਂ ਗੱਲਾਂ ਜੋ ਤੁਸੀਂ ਦੱਸੀਆਂ ਹੈਗੀਆਂ ਨੇ ਉਹ ਜ਼ਰੂਰ ਵਿਊਅਰਸ ਜੋ ਹੈਗੇ ਨੇ ਉੱਤੇ ਚਿੰਤਨ ਕਰਨਗੇ। ਬਹੁਤ ਬਹੁਤ ਸ਼ੁਕਰੀਆ ਵਕਤ ਦੇਣ ਦੇ ਲਈ। ਥੈਂਕ ਯੂ ਬਾਈ ਜੀ, ਥੈਂਕ ਯੂ ਫॉर ਬ੍ਰਿੰਗਿੰਗ ਮੀ ਔਨ ਦਾ ਪਲੇਟਫਾਰਮ।